ਜਿਸਨੂੰ ਮਤਿ ਆਵੇ ਸੋ ਸਤਿਗੁਰ ਮਹਿ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਗੌੜੀ ਮਹਿਲਾ ਪੰਜਵਾਂ ਆਪਣੇ ਸੇਵਕ ਕੋ ਆਪ ਸਹਾਈ। ਨਿਤ ਪ੍ਰਤ ਪਾਰੈ ਬਾਪ ਜੈਸੇ ਮਾਈ। ਪ੍ਰਭ ਕੀ ਸ਼ਰਨ ਉਬਰੈ ਸਭ ਕੋਇ। ਕਰਨ ਕਰਾਵਣ ਪੂਰਨ ਸਚ ਸੋਇ। ਰਹਾਉ ਅਬ ਮਨ ਬਸਿਆ ਕਰਨੈ ਹਾਰਾ। ਪੈ ਬਿਨਸੇ ਆਤਮ ਸੁਖ ਸਾਰਾ। ਕਰ ਕਿਰਪਾ ਆਪਣੇ ਜਨ ਰਾਖੇ। ਜਨਮ ਜਨਮ ਕੇ ਕਿਲ ਬਿਖਲਾਥੇ। ਕਹਿਣ ਨ ਜਾਏ ਪ੍ਰਭ ਕੀ ਵਡਿਆਈ। ਨਾਨਕ ਦਾਸ ਸਦਾ ਸ਼ਰਨਾਈ। ਕਹਿਨ ਨ ਜਾਏ ਪ੍ਰਭ ਕੀ ਵਡਿਆਈ। ਨਾਨਕ ਦਾਸ ਸਦਾ ਸ਼ਰਨਾਈ।
खालसा वाहिगुरु जी की फतेह। ये पावन शब्द गौड़ी राग अंदर पंजवें पातशाह गुरु अर्जन देव महाराज जी के पवित्र मुख तो उच्चारण होया। 202 अंग ते दर्ज है। इस शब्द की विचार बाबा सुरजीत सिंह जी कनुड़की आप जी नूं सरवण कराउणगे। एक दिन का आप जी का समा है। प्रबंधक सेवादारा वालों बाबा जी का धन्यवाद। गुरु घर की सेवा दे विच गुरु के लंगरां वास्ते रसद कड़ा प्रसाद की देग वास्ते देसी घ्यो बाला साहब हॉस्पिटल वास्ते कोई भी सेवा आप जी भेज सकते हो। घरां दे विच पंजाबी बोलिया करो, बच्चों नूं गुरमुखी पढ़ाओ ताकि साडे बच्चे गुरु ग्रंथ साहब महाराज जी दे चरनी लग सकन। आने वाले महीने की संग्रांद 16 तरीक नूं है। 9वें पातशाह गुरु तेग बहादुर साहब महाराज जी का शहीदी गुरपुरब 17 तरीक नूं है। 17 तरीक नूं ही नगर कीर्तन सजेगा जो सीसगंज साहब तो हुंदियां होया बंगला साहब फिर रकाबगंज साहब पहुँचेगा। इन्हां सारे समयां ते सेवा करके हाजरियां भर के गुरु की बख्शिशां प्राप्त करनियां। सिख साहित्य अते चित्र प्रदर्शनी जो पिछली 23 तरीक तो आरंभ है, ये 5 तरीक तक रहेगी। मेरी सब संगत नूं बेनती है कि आप जी प्रगति मैदान विच कोई एग्जीबिशन लगती है, आप जी जाने हो, पर वो दुनियावी होंदियां ने, संसारी होंदियां ने। ये साडे सिख धर्म नाल संबंधित एग्जीबिशन है। आप जी नूं परिवारां सहित आउणा चाहीदा है और इस तो तुहानूं लाभ भी लेना चाहिए। जो तुहानूं पसंद आवे उसनूं खरीद के अपने घर लैके अपने घर का हिस्सा बनाओ। गुरु की बाणी दियां पोथियां गुटके और विशेष करके सिक्खी नाल संबंधित जिहड़े ककार ने वो भी आप जी नूं बहुत सुंदर रूप वाले प्राप्त हो सकते हैं। आप जी जरूर विजिट करो, जरूर हाजरी भरो, जरूर आके लाहा लवो। अगले समय वास्ते गुरबाणी विचार सरवण करिए जी। वाहिगुरु जी का खालसा वाहिगुरु जी की फतेह। दंडोत बंदन अनकवार सर्व कला समरथ डोलन ते राखो प्रभु नानक दे कर हथ। फिरत फिरत प्रभ आया परिया तो सरनाए नानक की प्रभ बेनती अपनी भगति लाए। बाणी गुरु गुरु है बाणी बिच बाणी अमृत सारे गुरबाणी कहे सेवक जन मानै पर तख गुरु निस्तारे।
ਗੁਰਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਵਾਹਿਗੁਰੂ ਜੀ। ਗੌੜੀ ਮਹੱਲਾ ਪੰਜਵਾ। ਆਪਣੇ ਸੇਵਕ ਕਉ ਆਪ ਸਹਾਈ। ਨਿਤ ਪ੍ਰਤ ਪਾਰੈ ਬਾਪ ਜੈਸੇ ਮਾਈ। ਆਪਣੇ ਸੇਵਕ ਕਉ ਆਪ ਸਹਾਈ। ਨਿਤ ਪ੍ਰਤ ਪਾਰੈ ਬਾਪ ਜੈਸੇ ਮਾਈ। ਸਤਿਗੁਰੂ ਜੋਗੋ ਜੁਗ ਅਟਲ। ਤਖਤ ਚਬਰ ਛਤਰ ਜੀ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਕਾਦਿਸ਼ ਡਿੱਗੀ ਗੋਦ ਦਾ ਆਨੰਦ ਮਾਣ ਰਹੀ ਸਰਬੱਤ ਗੁਰੂ ਰੂਪ ਸਾਧ ਸੰਗਤ ਜੀ, ਕੋਈ ਰਹਿ ਨਾ ਜਾਵੇ, ਸਾਰੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸਾਡੇ ਤੋਂ ਪਹਿਲਾਂ ਰਾਗੀ ਸਿੰਘ ਸਹਿਬਾਨਾਂ ਤੋਂ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਤਕਰੀਬਨ 2 ਵਜੇ ਤੋਂ ਨਿਰੰਤਰ ਗੁਰਬਾਣੀ ਦਾ ਜਾਪ ਸ਼ੁਰੂ ਹੋ ਜਾਂਦਾ ਹੈ। ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਬਾਅਦ ਗੁਰਮੁਖ ਪਿਆਰੇ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਜੋ ਅੱਜ ਗੁਰਬਾਣੀ ਦੀ ਵਿਚਾਰ ਆਪਾਂ ਕਰਨੀ ਹੈ, ਸ਼ਬਦ ਦਾ ਮੂਲ ਪਾਠ ਸਰਵਣ ਕੀਤਾ ਪ੍ਰੇਮ ਸਹਿਤ। ਗੌੜੀ ਰਾਗ ਦੇ ਵਿੱਚ ਗੁਰੂ ਪੰਚਮ ਪਿਤਾ ਸ਼ਹੀਦਾਂ ਦੇ ਸਰਤਾਜ ਸਾਨੂੰ ਕਲਯੁਗ ਦੇ ਜੀਵਾਂ ਨੂੰ ਕੀ ਸਿੱਖਿਆ ਦਿੰਦੇ ਹਨ, ਉਹਦੇ ਸੰਬੰਧ ਵਿੱਚ ਆਪਾਂ ਨੇ ਵਿਚਾਰ ਕਰਨੀ ਹੈ। ਜਿੰਨੀ ਕੁ ਅਕਾਲ ਪੁਰਖ ਵਾਹਿਗੁਰੂ ਨੇ ਸੋਝੀ ਬਖਸ਼ੀ ਹੈ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਹੇ ਅਕਾਲ ਪੁਰਖ ਵਾਹਿਗੁਰੂ, ਜਿੰਨੀ ਜਿੰਨੀ ਕਿ ਕਿਸੇ ਜੀਵ ਨੂੰ ਤੂੰ ਸੁਮਤ ਦਿੰਦਾ ਹੈ, ਸੋਝੀ ਦਿੰਦਾ ਹੈ, ਦਿੱਤੀ ਹੋਈ ਸੋਝੀ ਦੇ ਮੁਤਾਬਕ ਹਰ ਜੀਵ ਤੇਰੇ ਗੁਣਾਂ ਦਾ ਗਾਇਨ ਕਰਦਾ ਹੈ। ਗਾਵਨ ਤੁਧਨੋਂ ਮੋਹਣੀਆਂ ਮਨਮੋਹਣ ਸੁਰਗਾ ਮਛ ਪਿਆਲੇ। ਸਾਰੇ ਹੀ ਤੇਰੇ ਜਸ ਨੂੰ ਗਾਉਂਦੇ ਹਨ। ਹਜ਼ਾਰਾਂ ਮੂੰਹਾਂ ਵਾਲਾ ਸ਼ੇਸ਼ ਨਾਗ ਸੱਪ, ਜੋ ਸੱਪਾਂ ਦਾ ਰਾਜਾ ਮੰਨਿਆ ਹੈ, ਉਹ ਵੀ ਤੇਰੇ ਹਜ਼ਾਰਾਂ ਨਾਲੋਂ ਨਿਤਾ ਪ੍ਰਤੀ ਨਵੇਂ ਉਚਾਰਨ ਕਰਦਾ ਹੈ, ਪਰੰਤੂ ਅੰਤ ਨਹੀਂ ਤੇਰਾ ਪਾ ਸਕਿਆ। ਤੇਰੇ ਅੰਤ ਨੂੰ ਨਹੀਂ ਪਾਇਆ ਜਾ ਸਕਦਾ। ਹਾਂ, ਸਿਮਰਨ ਕਰਕੇ ਅਭੇਦ ਜ਼ਰੂਰ ਹੋ ਜਾਂਦਾ ਹੈ ਮਨੁੱਖ। ਸੰਸਾਰ 'ਤੇ ਬੜੇ ਬੇਅੰਤ ਐਸੇ ਮਹਾਤਮਾ ਹੋਏ ਜਿਹੜੇ ਸਿਮਰਨ ਕਰਕੇ ਉਸ ਅੱਲਾ, ਉਸ ਵਾਹਿਗੁਰੂ ਦੇ ਵਿੱਚ ਅਭੇਦ ਹੋ ਗਏ। ਸਾਧ ਸੰਗਤ ਜੀ, ਜਦੋਂ ਅਭੇਦ ਹੀ ਹੋ ਜਾਵੇ ਤੇ ਫਿਰ ਅੰਤ ਪਾਉਣਾ ਤਾਂ ਕੋਈ ਪਿੱਛੇ ਰਹਿ ਗਿਆ ਨਾ। ਜਦੋਂ ਇੱਕ ਮਿੱਕੇ ਹੋ ਗਿਆ, ਹਰ ਹਰ ਜੰਦੂ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ। ਐਸੇ ਗੁਰੂ ਕੇ ਪਿਆਰੇ ਹੁੰਦੇ ਹੈ ਜਿਹੜੇ ਨਿਤਾ ਪ੍ਰਤੀ ਗੁਰਬਾਣੀ ਦਾ ਜਾਪ ਕਰਦੇ ਹੈ। ਉਹਨਾਂ ਨੂੰ ਹੀ ਅਸਲ ਮਾਇਨਿਆਂ ਦੇ ਵਿੱਚ ਸੰਤ ਕਿਹਾ ਜਾਂਦਾ ਹੈ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੁਸਈ ਨਾਨਕਾ ਪੂਰਨ ਸੋਈ ਸੰਤ। ਇਹ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਆਪਣੇ ਪਿਆਰਿਆਂ ਦੀ ਸਹਾਇਤਾ ਕਰਨ ਵਾਲਾ ਹੈ, ਦੁੱਖ ਸੁੱਖ ਦੇ ਵਿੱਚ ਸਹਾਈ ਹੋਣ ਵਾਲਾ ਹੈ। ਜਾ ਕੋ ਮੁਸ਼ਕਿਲ ਅਤ ਬਣੇ ਢੋਈ ਕੋਇ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਕ ਪੇ ਭਜ ਖਲੇ। ਭਜੋ ਸਭੈ ਆਸਰਾ ਚੂਕੈ ਸਭ ਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਜਦੋਂ ਕਿਸੇ ਮਨੁੱਖ 'ਤੇ ਔਖਾ ਸਮਾਂ ਆ ਜਾਵੇ ਤਾਂ ਆਪਣੇ ਸਕੇ ਵੀ ਮੂੰਹ ਮੋੜ ਲੈਂਦੇ ਆ। ਸੋ ਬਾਣੀ ਕਹਿੰਦੀ ਆ, ਜਾ ਕੋ ਮੁਸ਼ਕਿਲ ਅਤ ਬਣੇ ਢੋਈ ਕੋਇ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ। ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਵੀ, ਕਿਉਂਕਿ ਸੁੱਖਾਂ ਦੇ ਸੰਗੀ ਨੇ, ਸੁੱਖ ਮੈਂ ਆਣ ਬਹੁਤ ਮਿਲ ਬੈਠਤ,
ਰਹਿਤ ਚਹੁੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ। ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਹੀ ਸਹਾਇਤਾ ਕਰਨ ਵਾਲਾ ਹੈ। ਬਾਕੀ ਤਾਂ ਸਾਧ ਸੰਗਤ ਜੀ ਸੁੱਖਾਂ ਦੇ ਸੰਗੀ ਨੇ। ਸੰਸਾਰ ਇਸੇ ਤਰ੍ਹਾਂ ਦਾ ਹੀ ਹੈ। ਸੋ ਜਦੋਂ ਕਿਸੇ ਮਨੁੱਖ ਤੇ ਬਿਪਤਾ ਆਵੇ ਤਾਂ ਉਹਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਨਾ ਚਾਹੀਦਾ ਹੈ। ਅਕਾਲ ਪੁਰਖ ਵਾਹਿਗੁਰੂ ਹੀ ਰੱਖਿਆ ਕਰਨ ਵਾਲਾ ਹੈ। ਆਦ ਤੋਂ ਮੱਧ, ਮੱਧ ਤੋਂ ਅੰਤ ਪਰਮੇਸ਼ਰ ਹੀ ਰੱਖਿਆ ਕਰਨ ਵਾਲਾ ਹੈ। ਆਦ ਭਾਵ ਜਦੋਂ ਮਾਤਾ ਦੇ ਪੇਟ ਦੇ ਵਿੱਚ ਸੀ, ਉਦੋਂ ਸੁਰਤੀ ਸੁਖਮਣਾ ਨਾੜੀ 'ਚ ਪ੍ਰਵੇਸ਼ ਕਰੀ ਹੋਈ ਸੀ। ਸੁਖਮਣਾ ਨਾੜੀ 'ਚ ਸੁਰਤੀ ਪ੍ਰਵੇਸ਼ ਕਰਨ ਕਰਕੇ ਸੈਂਕੜੇ ਜਨਮਾਂ ਦਾ ਗਿਆਨ ਹੁੰਦਾ ਬੱਚੇ ਨੂੰ, ਅਤੇ ਉੱਥੇ ਫਿਰ ਸਿਮਰਨ ਆਸਰੇ ਬਚਦਾ ਹੈ। ਸਿਮਰਨ ਦੀ ਸ਼ਕਤੀ ਉੱਥੇ ਪਾਲਦੀ ਹੈ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨੋਂ ਵਸਾਰੀਐ, ਮਨੋਂ ਕਿਉਂ ਵਸਾਰੀਐ ਵਿੜਦਾਤਾ, ਜੇ ਆਗਨ ਮੈਂ ਆਹਾਰ ਪਹੁੰਚਾਵੇ। ਇਸ ਕਰਕੇ ਭਾਈ ਉਸ ਵਾਹਿਗੁਰੂ ਨੂੰ ਕਦੇ ਵੀ ਨਹੀਂ ਭੁਲਾਉਣਾ ਚਾਹੀਦਾ। ਗੁਰਬਾਣੀ ਦੱਸਦੀ ਹੈ, ਰਕਤ ਬਿੰਦ ਕਰ ਨਿੰਮੇ, ਆਗਨ ਉਦਰ ਮਝਾਰ, ਉਰਦ ਮੁਖ ਕਚੀਲ ਬਿਕਲ, ਨਰਕ ਘੋਰ ਗਵਾਰ, ਮੁਖ ਤਲੈ ਪੈਰ ਉੱਪਰ ਬਸੰਦੋ ਕਉਤੜੇ ਥਾਏ। ਪਿਤਾ ਦੇ ਬਿੰਦ ਤੋਂ, ਮਾਤਾ ਦੇ ਲਹੂ ਤੋਂ ਸਰੀਰ ਬਣਦਾ ਹੈ। ਮੁੱਖ ਥੱਲੇ ਵੱਲ, ਪੈਰ ਉੱਪਰ ਵੱਲ ਹੁੰਦੇ ਨੇ ਮਾਤਾ ਦੇ ਗਰਭ ਦੇ ਵਿੱਚ। ਉੱਥੇ ਬੜਾ ਫਿਰ ਪੁਕਾਰਾਂ ਕਰਦਾ, ਮਹਾਰਾਜ ਮੈਨੂੰ ਇੱਥੋਂ ਕੱਢੋ, ਮੈਂ ਬਾਹਰ ਜਾ ਕੇ ਵੀ ਤੁਹਾਡਾ ਨਾਮ ਜਪਾਂਗਾ। ਬਾਹਰ ਆ ਕੇ ਕੀਤਾ ਹੋਇਆ ਵਾਅਦਾ ਸਾਧ ਸੰਗਤ ਜੀ ਭੁੱਲ ਜਾਂਦਾ ਹੈ। ਬਿਰਲੇ ਹੁੰਦੇ ਹਨ ਜਿਹੜੇ ਮਾਤਾ ਦੇ ਗਰਭ ਤੋਂ ਬਾਹਰ ਆ ਕੇ ਵੀ, ਸੰਸਾਰ ਦੇ ਵਿੱਚ ਆ ਕੇ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਰੱਖਦੇ ਹੈ, ਜਿਨ੍ਹਾਂ 'ਤੇ ਉਸ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਬੱਚੇ ਦੀ ਟੀਚਰ ਮਾਂ ਹੁੰਦੀ ਹੈ। ਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ ਮਾਤਾ, ਤਾਂ ਮਾਤਾ ਸਿਮਰਨ ਕਰੇ, ਭਜਨ ਕਰੇ, ਅਤੇ ਬੱਚੇ 'ਤੇ ਪੇਟ ਵਿੱਚ ਆਸਰ ਪੈਂਦਾ, ਗਰਭ 'ਚ। ਹੁਣ ਹਰਨਾਕਸ਼ ਦਾ ਘਰ ਪ੍ਰਹਿਲਾਦ ਭਗਤ ਹੋਇਆ, ਕਿਉਂਕਿ ਹਰਨਾਕਸ਼ ਨੂੰ ਜਦੋਂ ਦੇਵਤਿਆਂ ਨੇ ਹਰਾ ਕੇ ਭਜਾ ਦਿੱਤਾ ਸੀ, ਉਹਦੀ ਇਸਤਰੀ ਨੂੰ ਇੰਦਰ ਲੈ ਗਿਆ ਸੀ ਬੰਨ੍ਹ ਕੇ, ਅਤੇ ਪੇਟ ਦੇ ਵਿੱਚ ਉਹਦੇ ਬੱਚਾ ਹੋਣ ਵਾਲਾ ਸੀ। ਇਹ ਨਾਰਦ ਮੁਨੀ ਜੀ ਮਿਲੇ, ਕਹਿਣ ਲੱਗੇ ਇੰਦਰ, ਸੂਰਮੇ ਦਾ ਕੰਮ ਨਹੀਂ ਹੁੰਦਾ ਇਸਤਰੀਆਂ 'ਤੇ ਵਾਰ ਕਰਨਾ। ਕਹਿਣ ਲੱਗਿਆ ਇਹ ਗਰਭਵਤੀ ਹੈ, ਮੇਰੇ ਦੁਸ਼ਮਣ ਦਾ ਬੱਚਾ ਇਹਦੇ ਪੇਟ ਵਿੱਚ ਹੈ, ਮੈਂ ਇਹਨੂੰ ਖਤਮ ਕਰਨਾ ਚਾਹੁੰਦਾ। ਪਹਿਲਾਂ ਇਹਦਾ ਪਿਤਾ ਨਹੀਂ ਟਿਕਣ ਦਿੰਦਾ, ਅਤੇ ਜਦੋਂ ਇਹ ਆ ਗਿਆ ਬਾਹਰ, ਇਹਨੇ ਨਹੀਂ ਟਿਕਣ ਦੇਣਾ। ਕਹਿਣ ਲੱਗੇ ਨਹੀਂ, ਤੂੰ ਚਿੰਤਾ ਨਾ ਕਰ, ਇਸ ਬੀਬੀ ਨੂੰ ਮੇਰੇ ਆਸ਼ਰਮ 'ਚ ਭੇਜ ਮੇਰੇ ਨਾਲ। ਫਿਰ ਨਾਰਦ ਮੁਨੀ ਜੀ ਨੇ ਉਸ ਸਮੇਂ 'ਤੇ ਗਿਆਨ ਉਪਦੇਸ਼ ਸੁਣਾਇਆ, ਅਤੇ ਜੰਮਦਾ ਬੱਚਾ ਘਰ ਹਰਨਾਕਸ਼ ਦੇ ਦੈਂਤ ਦੇ ਕਲਰ ਕਵਲ ਭਗਤ ਪ੍ਰਹਿਲਾਦ। ਜਿਵੇਂ ਕਲਰ ਦੇ ਵਿੱਚ ਕਵਲ ਦਾ ਫੁੱਲ ਪੈਦਾ ਹੋ ਜਾਵੇ, ਬੜੀ ਅਚੰਭੇ ਵਾਲੀ ਗੱਲ ਹੁੰਦੀ ਹੈ। ਇਸੇ ਤਰ੍ਹਾਂ ਘਰ ਹਰਨਾਕਸ਼ ਦੈਂਤ ਦੇ ਉਸ ਰਾਖਸ਼ ਦੇ ਘਰੇ ਇੱਕ ਭਗਤ ਪੈਦਾ ਹੋਇਆ। ਉਸ ਭਗਤ ਨੇ, ਹਰਨਾਕਸ਼ ਦੇ ਪੁੱਤਰ ਪ੍ਰਹਿਲਾਦ ਨੇ ਹੀ ਉਹਦੀ ਜੜ ਪੱਟੀ ਸਾਧ ਸੰਗਤ ਜੀ। ਇਸ ਕਰਕੇ ਆਓ, ਸਹਾਇਤਾ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੀ ਹੈ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਬੜੀਆਂ ਇਤਿਹਾਸ ਵਿੱਚ ਉਦਾਹਰਨਾਂ ਹਨ। ਆਪਣੇ ਸੇਵਕ ਕੀ ਆਪੇ ਰਾਖੈ, ਜਦੋਂ ਦੁਨੀ ਚੰਦ ਸਾਧ ਸੰਗਤ ਜੀ ਦੌੜ ਗਿਆ ਸੀ, ਕਹਿੰਦਾ ਮਸਤ ਹਾਥੀ ਨਾਲ ਮੈਂ ਮੁਕਾਬਲਾ ਨਹੀਂ ਕਰ ਸਕਦਾ, ਤਾਂ ਭਾਈ ਬਚਿੱਤਰ ਸਿੰਘ ਜੀ ਨੂੰ ਸੱਚੇ ਪਾਤਸ਼ਾਹ ਨੇ ਭੇਜਿਆ। ਮਸਤ ਹਾਥੀ ਨਾਲ ਮੁਕਾਬਲਾ ਕੀਤਾ, ਨਾਗਣੀ ਮੱਥੇ ਦੇ ਵਿੱਚ ਮਾਰ ਕੇ ਉਸ ਹਾਥੀ ਨੂੰ ਪਿਛਲ ਪੁੜੀਆ ਪਿੱਛੇ ਮੋੜ ਦਿੱਤਾ। ਭਾਈ ਮਣੀ ਸਿੰਘ ਸਾਹਿਬ ਦੇ ਸਪੁੱਤਰ 10 ਸਪੁੱਤਰ ਹੋਏ ਨੇ ਭਾਈ ਮਣੀ ਸਿੰਘ ਸਾਹਿਬ ਦੇ। ਬਚਿੱਤਰ ਸਿੰਘ, ਚਿੱਤਰ ਸਿੰਘ, ਅਣਕ ਸਿੰਘ, ਅਜੈਬ ਸਿੰਘ, ਉਹਦੇ ਸਿੰਘ ਵਰਗੇ ਸੂਰਵੀਰ ਯੋਧੇ। ਭਾਈ ਮਣੀ ਸਿੰਘ ਸਾਹਿਬ ਦੀ ਬੜੀ ਵੱਡੀ ਕੁਰਬਾਨੀ ਹੈ। ਪਰਿਵਾਰ ਦੇ ਲਗਭਗ 60 ਤੋਂ ਲੈ ਕੇ 65 ਮੈਂਬਰ, 65 ਜੀ ਪਰਿਵਾਰ ਦੇ ਸ਼ਹੀਦ ਹੋਏ ਹੈ। ਬਾਅਦ ਵਿੱਚ ਜਦੋਂ ਉਹਨਾਂ ਦੀ ਵਾਰੀ ਆਈ, ਬੰਦ ਕਟਵਾਇਆ, ਤਾਂ ਜਲਾਦ ਨੂੰ ਕਹਿਣ ਲੱਗੇ, ਤਨ ਗੰਦਗੀ ਕੀ ਕੋਠੜੀ, ਹਰ ਹੀਰਿਆਂ ਕੀ ਖਾਨ, ਜੇ ਸਿਰ ਦਿੱਤਿਆਂ ਸਾਹਿਬ ਮਿਲੇ ਤਉ ਭੀ ਸਸਤਾ ਜਾਨ। ਜਲਾਦਾ, ਜੇ ਰੱਬ ਸਿਰ ਦੇ ਕੇ ਮਿਲ ਜਾਵੇ ਤਾਂ ਸੌਦਾ ਮਹਿੰਗਾ ਨਹੀਂ ਜਾਣੀਦਾ, ਸਸਤਾ ਹੀ ਜਾਣੀਦਾ। ਸੋ ਆਪਾਂ ਤਾਂ ਜੇ ਕੋਈ 4 ਦਿਨ ਪੰਥ ਪਿੱਛੇ ਜੇਲ੍ਹ ਕੱਟ ਲਈਏ, ਰੌਲਾ ਪਾਉਂਦੇ ਫਿਰਦਿਆਂ ਸਟੇਜਾਂ 'ਤੇ ਮੈਂ ਜੇਲ੍ਹ ਕੱਟੀ,
ਮੈਂ ਇਹ ਕੀਤਾ, ਮੈਂ ਉਹ ਕੀਤਾ। ਧੰਨ ਭਾਈ ਮਨੀ ਸਿੰਘ ਸਾਹਿਬ, ਇੰਨੇ ਪਰਿਵਾਰ ਦੇ ਮੈਂਬਰ ਸ਼ਹੀਦ ਹੋਏ ਤੇ ਫੇਰ ਵੀ ਕਹਿੰਦੇ ਆ ਸਿਰ ਦੇ ਕੇ, ਜੇ ਪਰਮੇਸ਼ਰ ਮਿਲ ਜੇ ਸੌਦਾ ਮਹਿੰਗਾ ਨਹੀਂ ਜਾਣੀਦਾ। ਐਸੇ ਇਤਿਹਾਸ ਦੇ ਵਿੱਚ ਇਹ ਪੈਜ ਕਿਹਨੇ ਰੱਖੀ? ਗੁਰੂ ਨੇ ਪੈਜ ਰੱਖੀ। ਸਹਾਈ ਅਕਾਲ ਪੁਰਖ ਜੀ ਆਪ ਹੋਏ। ਅੱਗੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਕਈ ਮਨਮੁਖ ਤੇ ਨਾਸਤਕ ਲੋਕ ਸ਼ੰਕਾ ਕਰਦੇ ਆ ਵੀ ਜੇ ਗੁਰੂ ਦੇ ਵਿੱਚ ਸ਼ਕਤੀ ਸੀ, ਫਿਰ ਭਾਈ ਮਤੀ ਦਾਸ ਵਰਗਿਆਂ ਨੂੰ, ਭਾਈ ਦਿਆਲਾ ਜੀ ਵਰਗਿਆਂ ਨੂੰ ਬਚਾਇਆ ਕਿਉਂ ਨਹੀਂ? ਇਹ ਮਨਮੁਖ ਸ਼ੰਕਾ ਕਰਦੇ ਹੈ। ਤੇ ਸਾਧ ਸੰਗਤ ਜੀ, ਕਿਸੇ ਨੇ ਇਤਿਹਾਸ ਵਿੱਚ ਸੁਣਿਆ ਕਿ ਭਾਈ ਮਤੀ ਦਾਸ ਦੇ ਸਿਰ ਤੇ ਜਦੋਂ ਆਰਾ ਚੱਲਿਆ ਉਹਨਾਂ ਨੂੰ ਦਰਦ ਹੋਇਆ? ਨਹੀਂ। ਇਤਿਹਾਸ ਵਿੱਚ ਆਪਾਂ ਇਹ ਜ਼ਰੂਰ ਪੜ੍ਹਦੇ ਹਾਂ ਕਿ ਮਤੀ ਦਾਸ ਨੇ ਕਿਹਾ, ਆਰਾ ਪਿਆਰਾ ਲਗਤ ਹੈ ਸਹਿਜੇ ਸਹਿਜੇ ਜਾਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕ ਨਾ ਜਾਏ। ਇਹ ਆਪਾਂ ਜ਼ਰੂਰ ਪੜ੍ਹਦੇ ਹਾਂ। ਤੇ ਐਦੋਂ ਵੱਧ ਰੱਖਿਆ ਕੀ ਹੋਵੇਗੀ? ਸਿਰ ਤੇ ਚੱਲੇ ਆਰਾ ਤੇ ਸਿੱਖ ਆਪਦੇ ਮੂੰਹ ਦੇ ਵਿੱਚੋਂ ਸੀ ਤੱਕ ਨਾ ਉਚਾਰੇ, ਐਦੋਂ ਵੱਧ ਰਾਖੀ ਕੀ ਹੋਵੇਗੀ? ਇਸ ਕਰਕੇ ਆਓ ਇਹਨਾਂ ਮਨਮੁਖ ਨਾਸਤਕ ਲੋਕਾਂ ਦੇ ਪਿੱਛੇ ਨਹੀਂ ਲੱਗਣਾ। ਕਈਆਂ ਨੇ ਤਾਂ ਸਿੱਖੀ ਸਰੂਪ ਵੀ ਧਾਰਨ ਕੀਤਾ, ਗੁਰੂ ਕਾ ਬਾਣਾ ਪਾਇਆ, ਲੋਕ ਦਿਖਾਵੇ ਵਾਸਤੇ ਅੰਮ੍ਰਿਤ ਵੀ ਛਕਿਆ, ਪਰ ਕਰਦੇ ਕੀ ਨੇ? ਇਤਿਹਾਸ ਤੇ ਸ਼ੰਕਾ। ਕਿੰਤੂ ਪਰੰਤੂ ਸਾਧ ਸੰਗਤ ਜੀ, ਅੰਮ੍ਰਿਤ ਦੀਆਂ ਬਾਣੀਆਂ ਤੇ ਸ਼ੰਕਾ, ਸ਼੍ਰੀ ਦਸਮ ਦੀ ਬਾਣੀ ਤੇ ਸ਼ੰਕਾ, ਨਾਲੇ ਉੱਪਰੋਂ ਲੋਕ ਦਿਖਾਵੇ ਲਈ ਕਿਰਪਾਨਾਂ ਪਾਈਆਂ ਨੇ। ਐਸੇ ਬਹਿਰੂਪੀਏ ਸਾਧ ਸੰਗਤ ਜੀ ਪੈਦਾ ਹੋ ਗਏ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦਾ ਪੰਥ ਹੈ, ਬੜੇ ਆਏ ਤੇ ਬੜੇ ਗਏ। ਇਹ ਪੰਥ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ। ਸੋ ਆਪਣੇ ਪਿਆਰਿਆਂ ਦੀ ਸਹਾਇਤਾ ਅਕਾਲ ਪੁਰਖ ਵਾਹਿਗੁਰੂ ਜੀ ਆਪ ਕਰਦੇ ਹੈ। ਜਿਵੇਂ ਮਾਤਾ ਪਿਤਾ ਆਪਣੇ ਬੱਚੇ ਨੂੰ ਪਾਲਦੇ ਨੇ, ਇਉਂ ਪ੍ਰਤੀਪਾਲਣਾ ਕਰਦੇ ਨੇ। ਸੋ ਇਹੀ ਸਾਧ ਸੰਗਤ ਜੀ ਸ਼ਬਦ ਦੀ ਅੱਜ ਆਪਾਂ ਵਿਚਾਰ ਕਰਨੀ ਹੈ। ਗੌੜੀ ਰਾਗ ਦੇ ਵਿੱਚ ਸ਼ਬਦ ਹੈ ਪੰਚਮ ਪਿਤਾ ਦਾ। ਕੀ ਉਪਦੇਸ਼ ਕਰਦੇ ਨੇ ਸਾਨੂੰ ਕਲਯੁਗ ਦੇ ਜੀਵਾਂ ਨੂੰ? ਸਰਵਣ ਕਰੋ ਜੀ। ਵਾਹਿਗੁਰੂ ਜੀ। ਗੌੜੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਗੌੜੀ ਰਾਗ ਦੇ ਵਿੱਚ ਬਚਨ ਕਰ ਰਹੇ ਹਨ। ਆਪਣੇ ਸੇਵਕ ਕਉ ਆਪ ਸਹਾਈ, ਨਿਤ ਪ੍ਰਤ ਪਾਰੈ ਬਾਪ ਜੈਸੇ ਮਾਈ। ਸਤਿਗੁਰੂ ਕਹਿੰਦੇ ਆਪਣੇ ਸੇਵਕ ਦੀ ਆਪ ਸਹਾਇਤਾ ਕਰਨ ਵਾਲਾ ਹੈ ਪਰਮੇਸ਼ਰ। ਇੱਕ ਜਗ੍ਹਾ ਬਚਨ ਹੋਰ ਆਉਂਦੇ ਨੇ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾ ਤਹਾ ਉਠਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕਰ ਪੈ ਸੇਵਕ ਤਤਕਾਲ ਹੋਏ ਆਵੈ। ਇਹ ਆਪਣੇ ਸੇਵਕ ਦੀ ਆਪ ਪੈਜ ਰੱਖਦੇ ਹੈ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਜਨ ਦੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ, ਪਰ ਜਨ ਕਿਹੋ ਜਿਹਾ ਚਾਹੀਦਾ ਹੈ? ਜਨ ਹੋਵੇ ਨਿਤਨੇਮੀ, ਪ੍ਰੇਮੀ ਗੁਰੂ ਕਾ, ਸ਼ੰਕਾ ਕਰਨ ਵਾਲਾ ਨਾ ਹੋਵੇ। ਠਾਕਰ ਤੁਮ ਸ਼ਰਨਾਈ ਆਇਆ, ਉਤਰ ਗਿਓ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਪਹਿਲੀ ਗੱਲ ਤਾਂ ਪੂਰਨ ਗੁਰੂ ਦੇ ਦਰਸ਼ਨ ਕਰਕੇ ਸਾਰੇ ਸ਼ੰਕੇ ਹੀ ਨਿਵਰਤ ਹੋ ਜਾਂਦੇ ਨੇ। ਕਈ ਪੁੱਛਦੇ ਨੇ ਵੀ ਕੀ ਗੁਰੂ ਗ੍ਰੰਥ ਸਾਹਿਬ ਬੋਲਦੇ ਹੈ, ਬਚਨ ਕਰਦੇ ਨੇ? ਹਾਂ, ਬੁਲਾਉਣ ਵਾਲਾ ਚਾਹੀਦਾ। ਸਤਿਗੁਰੂ ਬੋਲਦੇ ਹਨ, ਬਚਨ ਕਰਦੇ ਹੈ। ਹਰ ਸਵਾਲ ਦਾ ਜਵਾਬ, ਕੋਈ ਵੀ ਮਨ 'ਚ ਸਵਾਲ ਹੋਵੇ, ਸ਼ਰਧਾ ਭਾਵਨਾ ਨਾਲ ਹੁਕਮਨਾਮਾ ਲੈ ਲਓ, ਸਵਾਲ ਦਾ ਜਵਾਬ ਮਿਲ ਜੂਗਾ। ਜਾਗਦੀ ਜੋਤ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਇਸ ਕਰਕੇ ਆਪਣੇ ਸੇਵਕ ਕੋ ਆਪ ਸਹਾਈ, ਆਪਣੇ ਸੇਵਕ ਨੂੰ ਦੀ ਸਹਾਇਤਾ ਸਤਿਗੁਰੂ ਆਪ ਕਰਦੇ ਨੇ। ਕਿਰਪਾ ਦ੍ਰਿਸ਼ਟੀ ਕਰਕੇ ਆਪ ਨਾਮ ਜਪਾਉਣਾ ਕਰਦੇ ਨੇ। ਕਿੰਨਿਆਂ ਦੀ ਸਹਾਇਤਾ ਕੀਤੀ ਕਹਿਣ ਕਥਨ ਤੋਂ ਬਾਹਰ ਹੈ। ਭਾਈ ਤਲੋਕੇ ਵਰਗਿਆਂ ਦੀ ਸਹਾਇਤਾ ਸਾਧ ਸੰਗਤ ਜੀ, ਭਾਈ ਬਚਿੱਤਰ ਸਿੰਘ ਵਰਗੇ ਸਤਿਗੁਰੂ ਮਹਾਰਾਜ ਨੇ ਆਪ ਸਹਾਇਤਾ ਕੀਤੀ। ਭਾਈ ਬਿਧੀ ਚੰਦ ਸਾਹਿਬ, ਬਾਬਾ ਬਿਧੀ ਚੰਦ, ਭਾਈ ਬਿਧੀ ਚੰਦ ਜੀ, ਬਿਧੀਆ ਸ਼ੀਨਾ ਗੁਰੂ ਕਾ ਸੀਨਾ, ਪ੍ਰੇਮ ਭਗਤ ਲੀਨਾ ਕਦੇ ਕਮੀ ਨਾ ਹੈ। ਮੱਚ ਦੇ ਭੱਠ ਵਿੱਚ ਬੈਠ ਗਏ ਸੀ ਬਾਬਾ ਬਿਧੀ ਚੰਦ ਸਾਹਿਬ, ਜਿੱਥੇ ਗੁਰਦੁਆਰਾ ਭੱਟ ਸਾਹਿਬ ਹੈ, ਪੱਟੀ ਦੇ ਨੇੜੇ, ਅੰਮ੍ਰਿਤਸਰ ਦੇ ਨੇੜੇ। ਇੱਕ ਰੋਮ ਤੱਕ ਨਹੀਂ ਸੀ ਸੜਨ ਦਿੱਤਾ, ਇੱਕ ਰੋਮ। ਇਹ ਸਹਾਇਤਾ ਕਿਹਨੇ ਕੀਤੀ? ਸਤਿਗੁਰੂ ਸੱਚੇ ਪਾਤਸ਼ਾਹ ਨੇ। ਇਹ ਭਾਵਨਾ ਸੀ, ਗੁਰੂ ਤੇ ਵਿਸ਼ਵਾਸ ਸੀ। ਸਾਡਾ ਹੁਣ ਉਹ ਵਿਸ਼ਵਾਸ ਨਹੀਂ ਰਿਹਾ।
ਡਾਕਟਰ ਦਵਾਈ ਦੇ ਦੇਵੇ, ਵਿਸ਼ਵਾਸ ਨਾ ਹੋਵੇ, ਭਰੋਸਾ ਨਾ ਹੋਵੇ, ਤਾਂ ਦਵਾਈ ਜੇ ਲਵੇਗਾ ਵੀ ਤੇ ਬਹੁਤਾ ਅਸਰ ਨਹੀਂ ਕਰੇਗੀ। ਸੋ ਇਸ ਕਰਕੇ ਆਪਣੇ ਸੇਵਕ ਕੋ ਆਪ ਸਹਾਈ, ਆਪ ਸਹਾਇਤਾ ਕਰਨ ਵਾਲਾ ਹੈ। ਨਿਤ ਪ੍ਰਤ ਪਾਰੈ, ਨਿਤਾ ਪ੍ਰਤੀ ਪਾਲਣਾ ਕਰਨ ਵਾਲਾ ਹੈ ਵਾਹਿਗੁਰੂ। ਬਾਪ ਜੈਸੇ ਮਾਈ, ਜਿਵੇਂ ਮਾਂ ਬਾਪ ਬੱਚੇ ਦੀ ਪ੍ਰਤਿਪਾਲਣਾ ਕਰਦੇ ਹਨ, ਨੇਤਾ ਪ੍ਰਤੀ ਪਾਲਣਾ ਕਰਨ ਵਾਲਾ ਪਰਮੇਸ਼ਰ ਹੈ। ਰੋਜੀ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ। ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ, ਬਹੁਤੀ ਚਿੰਤਾ ਨਹੀਂ ਕਰਨੀ ਚਾਹੀਦੀ। ਨਾ ਕਰ ਚਿੰਤਾ, ਚਿੰਤਾ ਹੈ ਕਰਤੇ। ਬਹੁਤਾ ਫਿਕਰ ਨਹੀਂ ਕਰਨਾ ਚਾਹੀਦਾ ਕਿ ਜੇ ਫਲਾਣਾ ਮੇਰੇ ਨਾਲ ਰੁੱਸ ਗਿਆ, ਫਲਾਣੇ ਨੇ ਮੇਰਾ ਸਾਥ ਛੱਡਤਾ, ਮੇਰਾ ਕਿਵੇਂ ਕੰਮ ਚੱਲੂ। ਨਹੀਂ ਭਾਈ, ਕੰਮ ਨਹੀਂ ਖੜਨਾ। ਰੋਟੀ ਤਾਂ ਤੇਰੀ ਪਰਮੇਸ਼ਰ ਨੇ ਦੇਣੀ ਹੈ। 3 ਚੇਲਿਆਂ ਦੀ ਡਿਊਟੀ ਲਾਈ ਹੈ ਅਕਾਲ ਪੁਰਖ ਨੇ, ਬ੍ਰਹਮਾ ਦੀ, ਸੰਸਾਰ ਦੀ ਰਚਨਾ ਦੀ। ਇਹ ਨਹੀਂ ਵੀ ਬ੍ਰਹਮਾ ਇਕੱਲੇ ਹਿੰਦੂਆਂ ਦੀ ਰਚਨਾ ਕਰਦਾ ਹੈ, ਓਵਰਆਲ ਸਭ ਦੀ ਸ੍ਰਿਸ਼ਟੀ ਦੀ ਰਚਨਾ। ਤੇ ਵਿਸ਼ਨੂੰ ਦੀ ਡਿਊਟੀ ਲਾਈ ਹੈ ਭੰਡਾਰਾ ਦੇਣ ਦੀ, ਸ਼ਿਵ ਜੀ ਦੀ ਡਿਊਟੀ ਲਾਈ ਹੈ ਲੈ ਕਰਨ ਦੀ। ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਐਸਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਸੋ ਜੈਸੇ ਮਾਂ ਬਾਪ ਬੱਚੇ ਦੀ ਪ੍ਰਤਿਪਾਲਣਾ ਕਰਦੇ ਨੇ, ਇਸ ਤਰ੍ਹਾਂ ਉਹ ਆਪਣੇ ਸੇਵਕਾਂ ਨੂੰ ਆਪ ਸਹਾਈ ਹੁੰਦਾ ਤੇ ਆਪ ਪ੍ਰਤਿਪਾਲਣਾ ਕਰਦਾ ਹੈ। ਮਾਤਾ ਦੇ ਗਰਭ ਦੇ ਵਿੱਚ ਵੀ ਜਦੋਂ ਜਨਮ ਲੈ ਲੈਂਦਾ ਉਦੋਂ ਵੀ, ਤੇ ਜਦੋਂ ਬੁਢੇਪੇ 'ਚ ਆ ਜਾਂਦਾ, ਸੁਖਮਣੀ ਸਾਹਿਬ ਦੇ ਵਿੱਚ ਤਾਂ ਸਾਰਾ ਹੀ ਲਿਖਿਆ ਹੋਇਆ, ਮੁਖ ਅਪਿਆਉ ਬੈਠ ਕੋ ਦੇਣ। ਤੇ ਫਿਰ ਉਹ ਬੈਠੇ ਨੂੰ ਰੋਜੀ ਰੋਟੀ ਦਿੰਦਾ ਜਦੋਂ ਬੁਢੇਪੇ 'ਚ ਆ ਜਾਂਦਾ। ਉਹ ਬੱਚਿਆਂ ਤੋਂ ਰੋਜੀ ਰੋਟੀ ਦਿਵਾਉਂਦਾ, ਬੱਚਿਆਂ ਰਾਹੀਂ। ਕਈ ਬੱਚੇ ਬੜੀ ਬਜ਼ੁਰਗਾਂ ਦੀ ਸੇਵਾ ਕਰਦੇ ਆ, ਜਿਨ੍ਹਾਂ ਦਾ ਕੋਈ ਪੂਰਬਲਾ ਨਿਸ਼ਕਾਮ ਕਰਮ ਕੀਤਾ ਹੁੰਦਾ। ਫਿਰ ਉਹ ਪਰਿਵਾਰ ਦੇ ਜ਼ਰੀਏ ਰੋਜੀ ਰੋਟੀ ਦਿਵਾਉਂਦਾ, ਬੈਠੇ ਦੀ ਸੇਵਾ ਕਰਾਉਂਦਾ ਹੈ, ਕਿਉਂਕਿ ਜੋਤ ਤਾਂ ਉਸੇ ਦੀ ਹੈ ਨਾ ਸਾਰਿਆਂ 'ਚ। ਇਸ ਕਰਕੇ ਉਹ ਆਪਣੇ ਸੇਵਕਾਂ ਦੀ ਆਪ ਸਹਾਇਤਾ ਕਰਨ ਵਾਲਾ, ਪ੍ਰਤੀਪਾਲਣਾ ਕਰਨ ਵਾਲਾ ਹੈ। ਜੈਸੇ ਮਾਂ ਬਾਪ ਬੱਚੇ ਦੀ ਪ੍ਰਤੀਪਾਲਣਾ ਕਰਦੇ ਹਨ। ਪ੍ਰਭ ਕੀ ਸਰਣ ਉਬਰੈ ਸਭ ਕੋਏ। ਪ੍ਰਭੂ ਦੀ ਸ਼ਰਨ ਵਿੱਚ ਆ ਕੇ ਸਾਰੇ ਹੀ ਉਭਰੇ ਤੋਂ ਭਾਵ ਤਰ ਜਾਂਦੇ ਹਨ। ਸਾਰਿਆਂ ਦਾ ਛੁਟਕਾਰਾ ਹੋ ਜਾਂਦਾ 84 ਲੱਖ ਜੂਨਾਂ ਤੋਂ। ਸਾਰਿਆਂ ਦਾ ਜਿਹੜਾ ਵੀ ਉਹਦੀ ਸ਼ਰਨ 'ਚ ਆਉਂਦਾ ਹੈ, ਉਭਰੈ ਸਭ ਕੋਏ। ਵੱਡੇ ਵੱਡੇ ਪਾਪੀ ਜਿਨ੍ਹਾਂ ਨੇ ਨਾਮ ਜਪਣਾ ਸ਼ੁਰੂ ਕੀਤਾ, ਗਣਕਾ ਦੀ ਸਾਖੀ ਆਉਂਦੀ ਹੈ, ਸੂਆ ਪੜਾਵਤ ਗਣਕਾ ਤਰੀ ਸੋ ਹਰ ਨੈਨੋ ਕੀ ਪੁੱਤਰੀ। ਸੋ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਉਹਦਾ ਵੀ ਉਧਾਰ ਹੋ ਗਿਆ। ਵੱਡੇ ਵੱਡੇ ਪਾਪੀ ਉਹਦੀ ਸ਼ਰਨ 'ਚ ਆ ਕੇ, ਪ੍ਰਭ ਕੀ ਸ਼ਰਨ ਉਭਰੈ ਸਭ ਕੋਏ, ਉਭਰੇ ਤੋਂ ਭਾਵ ਉਧਾਰ ਹੋ ਜਾਂਦਾ ਹੈ, ਤਰ ਜਾਂਦੇ ਹਨ। ਟੇਢੀਆਂ ਜੂਨਾਂ ਤੋਂ ਛੁਟਕਾਰਾ ਹੋ ਜਾਂਦਾ ਉਹਨਾਂ ਦਾ, ਕਿਹਨਾਂ ਦਾ? ਜਿਹੜੇ ਉਹਦੀ ਸ਼ਰਨ 'ਚ ਆ ਗਏ। ਇਸ ਕਰਕੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੈ ਸਿਮਰਤ ਗਣਕਾਸੀ ਉਧਰੀ, ਤਾਕੋ ਜਾ ਸੁਰ ਧਾਰੋ। ਹੇ ਮਨਾ, ਪ੍ਰਭੂ ਦੀ ਸ਼ਰਨ ਤੱਕ ਲੈ। ਹੋਰ ਇਹ ਨਾ ਕਿਸੇ ਦੂਜੇ ਪਾਸੇ ਯੰਤਰਾਂ ਮੰਤਰਾਂ ਦਾ ਜਾਪ ਕਰਦਾ ਰਹੀਂ। ਪ੍ਰਭੂ ਦੀ ਸ਼ਰਨ ਤੱਕਣ ਤੋਂ ਭਾਵ ਗੁਰਬਾਣੀ ਦੇ ਨਾਲ ਜੁੜ ਜਾ। ਗੁਰਬਾਣੀ ਦੁਨੀਆ ਦਾ ਅੰਤਮ ਸੱਚ ਹੈ, ਬਾਕੀ ਸਭ ਕੁਝ ਝੂਠ ਹੈ। ਜੋ ਗੁਰਬਾਣੀ 'ਚ ਲਿਖਿਆ ਇੱਕ ਇੱਕ ਗੱਲ ਸੱਚ ਹੈ, ਤੇ ਉਸੇ ਤਰ੍ਹਾਂ ਹੋ ਰਿਹਾ ਸੰਸਾਰ 'ਤੇ। ਗੁਰਬਾਣੀ ਤੋਂ ਵੱਡਾ ਕੋਈ ਸੱਚ ਨਹੀਂ। ਸੱਚ ਪਰਮੇਸ਼ਰ ਨਿਤ ਨਵਾ। ਦੇਵਤਿਆਂ ਦੀਆਂ ਪੁਰੀਆਂ ਵੀ ਨਾਸ਼ ਹੋ ਜਾਣਗੀਆਂ ਜਦੋਂ ਪਰਲੋ ਮਹਾਂਪਰਲੋ ਆਵੇਗੀ। 4 ਤਰ੍ਹਾਂ ਦੀਆਂ ਪਰਲੋਆਂ ਦਾ ਜ਼ਿਕਰ ਆਉਂਦਾ, ਨਿਤ ਪਰਲੋ, ਨਿਮਿਤ ਪਰਲੋ, ਨਿਮਿਤਕ ਪਰਲੋ ਤੇ ਮਹਾਂਪਰਲੋ। ਸਾਧ ਸੰਗਤ ਜੀ, ਨਿਤ ਪਰਲੋ ਜਦੋਂ ਸੌਂਦੇ ਹਾਂ ਆਪਾਂ, ਨਿਤ ਪਰਲੋਂ ਮੰਨੀ ਹੈ। ਫਿਰ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਹੈ, ਨਿਮਿਤਕ। ਅਵਾਂਤਰ ਪਰਲੋਂ, ਅਵਾਂਤਰ ਪਰਲੋਂ ਤੋਂ ਭਾਵ ਜਦੋਂ ਸ੍ਰਿਸ਼ਟੀ ਲੈ ਹੋ ਜਾਵੇ, ਬ੍ਰਹਮਾ ਵਿਸ਼ਨੂੰ ਸ਼ਿਵ ਇਹਨਾਂ ਦੀਆਂ ਪੁਰੀਆਂ ਰਹਿ ਜਾਣ। ਅਕਾਲ ਪੁਰਖ ਤਾਂ ਸਦੀਵ ਕਾਲੇ ਰਹਿਣ ਵਾਲਾ। ਤੇ ਫਿਰ ਜਦੋਂ ਮਹਾਂਪਰਲੋ ਆਉਂਦੀ ਹੈ, ਇਹ ਵੀ ਸ਼ਿਵਪੁਰੀਗਾ ਹੋਏਗਾ। ਕਾਲਾ ਤ੍ਰੈਗੁਣ ਮਾਇਆ ਬਿਨਸ ਬਤਾਲਾ, ਇਹ ਪੁਰੀਆਂ ਨੇ ਵੀ ਨਹੀਂ ਰਹਿਣਾ, ਇੱਕ ਅਕਾਲ ਪੁਰਖ ਹੀ ਰਹੇਗਾ। ਅਰਬਦ ਨਰਬਦ ਧੰਦੂਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁੰਨ ਸਮਾਧ ਲਗਾਏਂਦਾ। ਜਦੋਂ ਸੰਸਾਰ ਤੇ ਅਰਬਦ ਨਰਬਦ ਧੰਦੂਕਾਰਾ ਸੀ, ਉਦੋਂ ਵੀ ਉਹ ਪਰਮੇਸ਼ਰ ਸੁੰਨ ਸਮਾਧੀ ਦੇ ਵਿੱਚ ਬੈਠਾ ਸੀ। ਉਹਦੇ ਮਨ 'ਚ
ਉਸ ਅਕਾਲ ਪੁਰਖ ਨੂੰ ਇੱਕ ਫੁਰਨਾ ਆਇਆ ਕਿ ਮੈਂ ਇੱਕ ਤੋਂ ਅਨੇਕ ਹੋ ਜਾਵਾਂ, ਸ੍ਰਿਸ਼ਟੀ ਦੀ ਰਚਨਾ ਹੋਈ। ਇੱਕ ਸ਼ਬਦ ਤੋਂ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਇੱਕ ਆਵਾਜ਼ ਆਈ, ਉਹ ਆਵਾਜ਼ ਕੀ ਸੀ, ਸ਼ਬਦ ਕੀ ਸੀ? ਗੁਰੂ ਮਹਾਰਾਜ ਨੇ ਕਹਿ ਦਿੱਤਾ ਓੰਕਾਰ ਬ੍ਰਹਮਾ ਉਤਪੁਤ। ਸਾਇੰਸ ਵੀ ਮੰਨਦੀ ਹੈ ਕਿ ਇੱਕ ਆਵਾਜ਼ ਆਈ, ਸੰਸਾਰ ਦੀ ਰਚਨਾ ਹੋਈ। ਪਰ ਸਾਇੰਸ ਤਾਂ ਜਿੱਥੇ ਖਤਮ ਹੁੰਦੀ ਹੈ, ਅਧਿਆਤਮਕਵਾਦ ਉਸ ਤੋਂ ਅੱਗੇ ਸ਼ੁਰੂ ਹੁੰਦਾ ਹੈ। ਸਾਇੰਸ ਤਾਂ ਉੱਥੇ ਅਜੇ ਪਹੁੰਚ ਹੀ ਨਹੀਂ ਸਕੀ, ਨਾ ਪਹੁੰਚ ਸਕਦੀ ਹੈ ਜੋ ਸਾਡੇ ਗੁਰੂ ਸਾਹਿਬ ਪਹਿਲੀ ਗੁਰਬਾਣੀ 'ਚ ਕਹੇ ਗਏ। ਪੜ੍ਹੋ ਜਿੰਨਾ ਮਰਜ਼ੀ ਸਾਇੰਸ ਪੜ੍ਹੋ, ਜੋ ਕਮਰਸ ਪੜ੍ਹੋ, ਆਰਟਸ ਪੜ੍ਹੋ, ਜੋ ਮਰਜ਼ੀ ਵਿੱਦਿਆ ਪ੍ਰਾਪਤ ਕਰੋ। ਵਿੱਦਿਆ ਦੀ ਪ੍ਰਾਪਤੀ ਕਰਨਾ ਵੀ ਇੱਕ ਤਪ ਹੈ। ਵਿੱਦਿਆ ਤਪ ਜੋਗ ਪ੍ਰਭ ਧਿਆਨ। ਪਰੰਤੂ ਵਿੱਦਿਆ ਪ੍ਰਾਪਤ ਕਰਕੇ ਹੰਕਾਰ ਕਰਨਾ ਕਿ ਮੈਂ ਹੀ ਪੜ੍ਹਿਆ, ਬਾਕੀ ਐਵੇਂ ਅਨਪੜ੍ਹ ਤੁਰੇ ਫਿਰਦੇ ਨੇ, ਗੁਰਬਾਣੀ ਤੇ ਕਿੰਤੂ ਪਰੰਤੂ ਕਰਨਾ, ਇਸ ਤੋਂ ਵੱਡੀ ਮੂਰਖਤਾ ਹੀ ਕੋਈ ਨਹੀਂ। ਫਿਰ ਮਹਾਰਾਜ ਕਹਿੰਦੇ ਪੜ੍ਹਿਆ ਮੂਰਖ ਆਖੀਐ ਜਿਸ ਲਭ ਲੋਭ ਅਹੰਕਾਰਾ। ਇਸ ਕਰਕੇ ਆਓ, ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਇੱਥੇ ਨਾ ਦਿਨ ਸੀ ਨਾ ਰਾਤ ਸੀ, ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਨਾ ਚੰਨ ਸੀ ਨਾ ਸੂਰਜ ਸੀ, ਉਦੋਂ ਵੀ ਉਹ ਤਾਂ ਹੈਗਾ ਸੀ। ਸਰਗੁਣ ਵੀ ਆਪ ਹੈ, ਸਰਗੁਣ ਆਪ ਨਿਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਸਰਗੁਣ ਰੂਪ ਉਹਦਾ ਸੰਸਾਰ ਹੈ, ਨਿਰਗੁਣ ਵੀ ਆਪ ਹੈ। ਇਸ ਕਰਕੇ ਉਸ ਅਕਾਲ ਪੁਰਖ ਦੇ ਸਿਮਰਨ ਦੇ ਵਿੱਚ ਚਿੱਤ ਨੂੰ ਜੋੜਨਾ ਕਰ। ਉਹਦਾ ਸਿਮਰਨ ਕਰਕੇ, ਉਹਨੂੰ ਚੇਤੇ ਕਰਕੇ ਜਾਮਲ ਵਰਗੇ, ਗਣਕਾ ਵਰਗੇ, ਪਿੰਗਲਾ ਵਰਗੀਆਂ ਸਭ ਤਰ ਗਏ। ਇਸ ਕਰਕੇ ਹੇ ਮਣਾ, ਉਸ ਵਾਹਿਗੁਰੂ ਦੀ ਪ੍ਰਭ ਕੀ ਸ਼ਰਨ ਉਭਰੈ ਸਭ ਕੋਏ। ਵੱਡੇ ਵੱਡੇ ਪਾਪੀ ਉਭਰ ਗਏ ਤੋਂ ਭਾਵ ਤਰ ਗਏ ਨੇ ਉਹਦੀ ਸ਼ਰਨ 'ਚ ਪੈ ਕੇ। ਕਰਨ ਕਰਾਵਨ ਪੂਰਨ ਸੱਚ ਸੋਏ। ਇਹ ਕਰਨ ਕਰਾਉਣ ਵਾਲਾ, ਸੰਸਾਰ ਦੀ ਰਚਨਾ ਕਰਨ ਵਾਲਾ, ਰੋਜੀ ਦੇਣ ਵਾਲਾ, ਲੈ ਕਰਨ ਵਾਲਾ, ਪੂਰਨ ਸੱਚ ਸੋਏ। ਪਰ ਉਹ ਸਾਰੇ ਪਰਿਪੂਰਨ ਹੈ। ਸੱਚ ਸੋਏ ਸੱਚ ਹੈ, ਨਾਸ਼ ਤੋਂ ਰਹਿਤ ਹੈ। ਮੂਲ ਮੰਤਰ 'ਚ ਕਹਿ ਦਿੱਤਾ ਮਹਾਰਾਜ ਨੇ, ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਜਪਜੀ ਸਾਹਿਬ ਦੇ ਵਿੱਚ ਆਉਂਦਾ ਹੈ ਨਾ, ਆਦ ਜਦੋਂ ਜੁਗਾਂ ਦੀ ਰਚਨਾ ਨਹੀਂ ਸੀ ਹੋਈ ਉਦੋਂ ਵੀ ਸੀ, ਫਿਰ ਜੁਗਾਂ ਦੀ ਰਚਨਾ ਹੋ ਗਈ ਉਦੋਂ ਵੀ, ਅੱਜ ਵੀ ਹੈ ਤੇ ਹੋਵੇਗਾ ਵੀ। ਇੱਕ ਓੰਕਾਰ ਹੈ, ਸਤਨਾਮ ਹੈ, ਉਹਦਾ ਨਾਮ ਸੱਚ ਹੈ। ਇੱਕ ਆਦ ਬੈਤ ਬ੍ਰਹਮ ਹੈ, ਈਰਖਾ ਤੋਂ ਰਹਿਤ ਹੈ, ਈਰਖਾ ਤੋਂ ਰਹਿਤ ਹੈ, ਕਿਸੇ ਨਾਲ ਉਹਦਾ ਵੈਰ ਨਹੀਂ। ਸੋ ਇਸ ਕਰਕੇ ਮਹਾਰਾਜ ਨੇ ਸਾਰਾ ਜਪਜੀ ਸਾਹਿਬ ਦੇ ਵਿੱਚ ਦੱਸਿਆ ਹੋਇਆ ਹੈ, ਕਰਨ ਕਰਾਵਨ ਪੂਰਨ ਸੱਚ ਸੋਏ। ਕਰਨ ਕਰਾਉਣ ਵਾਲਾ ਆਪ ਇਹ ਹੈ। ਮਾਰੈ ਰਾਖੈ ਏਕੋ ਆਪ, ਮਾਨੁਖ ਕੇ ਕਿਛ ਨਾਹੀ ਹਾਥ। ਇਹ ਪਾਠ ਹੈ ਨਾ, ਮਾਰਨ ਵਾਲਾ ਤੇ ਰੱਖਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ, ਮਨੁੱਖ ਦੇ ਹੱਥ ਵਿੱਚ ਕੁਝ ਵੀ ਨਹੀਂ। ਇਸ ਕਰਕੇ ਠੀਕ ਹੈ, ਮਨੁੱਖ ਨੂੰ ਯਤਨ ਕਰਨਾ ਚਾਹੀਦਾ ਹੈ। ਸਾਧ ਸੰਗਤ ਜੀ, ਕਰੋ ਯਤਨ ਜੇ ਹੋਏ ਮਿਹਰਬਾਨਾ। ਜਿਵੇਂ ਆਪਾਂ ਯਤਨ ਕਰਦੇ ਹਾਂ, ਭੋਜਨ ਜਦੋਂ ਛਕਦੇ ਹਾਂ, ਬੁਰਕੀ ਤੋੜ ਕੇ ਤਾਂ ਆਪਦੇ ਹੱਥਾਂ ਨਾਲ ਹੀ ਮੂੰਹ 'ਚ ਪਾਉਣੇ ਆ ਨਾ, ਇਹ ਹੱਥਾਂ 'ਚ ਵੀ ਉਹਦੀ ਚੇਤਨ ਸ਼ਕਤੀ ਹੈ। ਇਸ ਕਰਕੇ ਯਤਨ ਕਰਨਾ ਚਾਹੀਦਾ ਹੈ। ਪਰ ਉਸ ਅਕਾਲ ਪੁਰਖ ਦੇ ਅੱਗੇ ਕੋਈ ਸਿਆਣਪ ਨਹੀਂ ਚੱਲਦੀ, ਕਿਸੇ ਪ੍ਰਕਾਰ ਦੀ ਚਲਾਕੀ ਚਤਰਾਈ ਨਹੀਂ ਚੱਲਦੀ। ਕਰਨ ਕਰਾਉਣ ਵਾਲਾ ਉਹ ਆਪ ਹੈ। ਮਾਰੇ ਰਾਖੈ ਏਕੋ ਆਪ, ਮਾਨੁਖ ਕੇ ਕਿਛ ਨਾਹੀ ਹਾਥ। ਉਹਦੇ ਭਾਣੇ 'ਚ ਰਹਿਣਾ ਚਾਹੀਦਾ ਮਨੁੱਖ ਨੂੰ। ਸੋ ਇਸ ਕਰਕੇ ਕਰਨ ਕਰਾਵਨ ਪੂਰਨ ਸੱਚ ਸੋਏ। ਕਰਨ ਕਰਾਉਣ ਵਾਲਾ ਵਾਹਿਗੁਰੂ ਪਰਮੇਸ਼ਰ ਸੱਚਾ ਹੈ, ਸਾਰੇ ਪਰਿਪੂਰਨ ਹੈ ਵਾਹਿਗੁਰੂ। ਰਹਾਉ। ਰਹਾਉ ਦਾ ਅਰਥ ਵਿਸ਼ਰਾਮ ਹੈ, ਤੇ ਦੂਸਰਾ ਅਰਥ ਹੈ ਪਰਮੇਸ਼ਰ ਰਹਿਣ ਵਾਲਾ, ਸਦੀਵ ਕਾਲ ਸੰਸਾਰ ਚਲਾਏਮਾਨ ਹੈ। ਕਈ ਅਰਥ ਨੇ ਰਹਾਉ ਦੇ। ਰਹਾਉ ਦਾ ਅਰਥ ਇਹ ਵੀ ਹੈ ਨਾਭੀ। ਨਾਭੀ ਤੋਂ ਭਾਵ ਜਿਵੇਂ ਸਾਡੀ ਨਾਭੀ ਹੈ ਨਾ, ਧੁੰਨੀਏ 'ਚ ਨਾੜਾਂ ਦਾ ਕੰਟਰੋਲ ਹੁੰਦਾ ਹੈ, ਇਸੇ ਤਰ੍ਹਾਂ ਸ਼ਬਦ ਦਾ ਕੇਂਦਰੀ ਭਾਵ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਹੁੰਦਾ ਹੈ। ਰਹਾਉ ਦਾ ਉਚਾਰਨ ਕਰਕੇ ਸਤਿਗੁਰੂ ਅੱਗੇ ਵਚਨ ਕਰ ਰਹੇ ਹਨ। ਅਬ ਮਨ ਵਸਿਆ ਕਰਨੈ ਹਾਰਾ। ਕਿਰਪਾ ਹੋਈ ਅਕਾਲ ਪੁਰਖ ਵਾਹਿਗੁਰੂ ਦੀ। ਅਬ ਦਾ ਭਾਵ ਹੁਣ ਸਾਡੇ ਮਨ ਵਿੱਚ ਉਹ ਕਰਨੇ ਹਾਰਾ ਵਾਹਿਗੁਰੂ ਪਰਮੇਸ਼ਰ ਵਸ ਗਿਆ। ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਗੱਲ ਵਿਸ਼ਵਾਸ ਦੀ ਹੈ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਿਹਦੇ ਹਿਰਦੇ 'ਚ ਪ੍ਰਤੀਤ ਆ ਗਈ, ਸਾਧ ਸੰਗਤ ਵਿਸ਼ਵਾਸ ਆ ਗਿਆ,
ਭਰੋਸਾ ਆ ਗਿਆ, ਫੇਰ ਇਹ ਗੱਲ ਬਾਨੀ ਹੈ। ਜੇ ਅੰਦਰ ਪ੍ਰਤੀਤ ਨਾ ਆਈ ਨਾ, ਜਿੰਨਾ ਮਰਜੀ ਗੁਰੂ ਘਰ ਆ ਜਾਵੀਂ, ਅੰਦਰ ਭਰੋਸਾ ਨਹੀਂ, ਵਿਸ਼ਵਾਸ ਨਹੀਂ, ਪਿਆਰ ਨਹੀਂ, ਤਾਂ ਮਹਾਰਾਜ ਨੇ ਕਹਿ ਦਿੱਤਾ ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਲਾਗੈ ਭਾਓ, ਉਸ ਨੂੰ ਸੁਖ ਨਾ ਉਪਜੈ ਭਾਵੈ, 100 ਗੇੜਾ ਆਵੋ ਜਾਓ। ਜੇ ਹੇ ਮਨੁੱਖ ਤੇਰੇ ਅੰਦਰ ਪ੍ਰਤੀਤ ਨਹੀਂ ਆਈ, ਭਾਵੇਂ 100 ਵਾਰੀ ਆ ਜਾਈਂ ਗੁਰੂ ਘਰ, ਜੇ ਵਿਸ਼ਵਾਸ ਨਹੀਂ, ਭਰੋਸਾ ਨਹੀਂ, ਪਿਆਰ ਨਹੀਂ, ਗੱਲ ਨਹੀਂ ਬਣਨੀ। ਇਸ ਕਰਕੇ ਸਾਧ ਸੰਗਤ ਜੀ, ਅਬ ਮਨ ਵਸਿਆ ਕਰਨੇ ਹਾਰਾ, ਜਦੋਂ ਕਰਨੇ ਹਾਰਾ ਪਰਮੇਸ਼ਰ ਹਿਰਦੇ 'ਚ ਵਸ ਜਾਵੇ, ਜਦੋਂ ਉਹਦਾ ਨਾਮ ਹਿਰਦੇ 'ਚ ਵਸ ਜਾਵੇ, ਉਹਦੇ ਨਾਮ ਹਿਰਦੇ 'ਚ ਵਸਣ ਦੀ ਨਿਸ਼ਾਨੀ ਕੀ ਹੈ? ਉਹਦੀ ਨਿਸ਼ਾਨੀ ਕੀ ਹੈ ਵੀ ਹਿਰਦੇ 'ਚ ਨਾਮ ਵਸ ਗਿਆ? ਇਹ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਨੇ ਦੱਸਿਆ, ਨਿਰਭਉ ਜਪੈ ਸਗਲ ਭਉ ਮਿਟੈ। ਨਾਮ ਹਿਰਦੇ 'ਚ ਵਸਣ ਦੀ ਨਿਸ਼ਾਨੀ ਇਹ ਹੈ ਕਿ ਉਸ ਮਨੁੱਖ ਦੇ ਅੰਦਰੋਂ ਡਰ ਖਤਮ ਹੋ ਜਾਂਦਾ ਹੈ, ਹਰ ਤਰ੍ਹਾਂ ਦਾ। ਕਈ ਪ੍ਰਕਾਰ ਦਾ ਡਰ ਦੱਸਿਆ ਸਾਧ ਸੰਗਤ ਜੀ, ਕਈ ਤਰ੍ਹਾਂ ਦਾ ਗ੍ਰੰਥਾਂ ਦੇ ਵਿੱਚ। ਹਰ ਪ੍ਰਕਾਰ ਦਾ ਡਰ ਜਿਹੜਾ, ਜਿਵੇਂ ਜਾਤ ਜਾਤੀ ਦਾ ਭੈ, ਇੱਕ ਉੱਚੀ ਜਾਤ ਵਾਲੇ ਨੀਵਿਆਂ ਨੂੰ ਡਰਾਉਂਦੇ ਨੇ, ਤੇ ਜਮਾਂ ਦਾ ਭੈ ਬਣਿਆ ਰਹਿੰਦਾ ਜਿਹੜੇ ਨਾਮ ਨਹੀਂ ਜਪਦੇ। ਸੋ ਗੁਪਤ ਭੈ, ਅਕਸ਼ ਮਾਤਰ ਭੈ। ਗੁਪਤ ਭੈ ਤੋਂ ਭਾਵ ਜਦੋਂ ਆਪਾਂ ਚੱਲਦੇ ਹਾਂ ਜ਼ਮੀਨ ਤੇ, ਕਈ ਵਾਰੀ ਇਹ ਵੀ ਭੈ ਹੁੰਦਾ ਕੋਈ ਗੁਪਤ, ਕੋਈ ਜ਼ਹਿਰੀਲਾ ਜਾਨਵਰ ਇਹ ਨਾ ਕਿਤੇ ਡੰਗ ਜਾਵੇ। ਅਕਸ਼ ਮਾਤਰ ਭੈ, ਐਕਸੀਡੈਂਟ ਦਾ ਭੈ ਬਣਿਆ ਰਹਿਣਾ। ਇਹ ਕਈ ਪ੍ਰਕਾਰ ਦੇ ਦੁਨਿਆਵੀ ਭੈ ਮੰਨੇ ਆ। ਸੋ ਜਿਹੜਾ ਸਿਮਰਨ ਕਰੇਗਾ ਨਾ, ਉਹਦੇ ਅੰਦਰੋਂ ਸਾਰੇ ਪ੍ਰਕਾਰ ਦੇ ਭੈ ਜਿਹੜੇ ਨੇ ਖਤਮ ਹੋ ਜਾਂਦੇ ਨੇ। ਨਿਰਭਉ ਜਪੈ ਸਗਲ ਭਉ ਮਿਟੈ, ਇਹ ਨਿਸ਼ਾਨੀ ਹੈ ਕਿ ਭਾਈ ਬਾਣੀ ਅੰਦਰ ਵਸ ਗਈ। ਜੇ ਡਰ ਲੱਗਦਾ ਕਿਸੇ ਤੋਂ, ਭੈ ਹੈ, ਤਾਂ ਸਮਝ ਲਓ ਅਜੇ ਗੁਰਬਾਣੀ ਅੰਦਰ ਵਸੀ ਨਹੀਂ। ਜੇ ਡਰ ਲੱਗਦਾ ਕਿਸੇ ਤੋਂ ਵੀ, ਨਾਮ ਜਪਣ ਵਾਲੇ ਤਾਂ ਵੱਡੇ ਵੱਡੇ ਰਾਜੇ ਰਾਣਿਆਂ ਤੋਂ ਨਹੀਂ ਡਰੇ। ਭਗਤ ਨਾਮਦੇਵ ਜੀ ਨੂੰ ਥੋੜਾ ਕਿਤੇ ਟੌਰਚਰ ਕੀਤਾ ਹੈ ਸਮੇਂ ਦੇ ਹਕੂਮਤ ਨੇ। ਭਗਤ ਰਵਿਦਾਸ ਮਹਾਰਾਜ ਕਿਤਨੇ ਭਗਤਾਂ ਨੂੰ, ਭਗਤ ਕਬੀਰ ਸਾਹਿਬ ਜੀ ਨੂੰ ਥੋੜਾ ਕਿਤੇ, ਪ੍ਰਹਿਲਾਦ ਜੀ ਨੂੰ ਕਿੰਨੇ ਤਸੀਹੇ ਦੇਣਾ ਕੀਤੇ, ਪਰ ਉਹ ਡਰੇ ਨਹੀਂ। ਡਰ ਕਿਉਂਕਿ ਉਹਨਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਚੁੱਕਿਆ ਸੀ। ਇਸ ਕਰਕੇ ਹੁਣ ਆਪਾਂ ਨੂੰ ਡਰ ਲੱਗਦਾ, ਭੈ ਲੱਗਦਾ, ਇੱਥੇ ਆਹ ਨਾ ਹੋ ਜੇ, ਆਹ ਨਾ ਹੋ ਜੇ। ਅਜੇ ਵਸਿਆ ਨਹੀਂ ਅੰਦਰ ਪਰਮੇਸ਼ਰ ਦਾ ਨਾਮ। ਜਦੋਂ ਮਿਹਨਤ ਕਰਾਂਗੇ, ਜਿਸ ਦਿਨ ਨਾਮ ਅੰਦਰ ਵਸ ਗਿਆ, ਫਿਰ ਕਿਸੇ ਪ੍ਰਕਾਰ ਦਾ ਡਰ ਨਹੀਂ ਰਹੇਗਾ। ਨਿਰਭਉ ਜਪੈ ਸਗਲ ਭਉ ਮਿਟੈ, ਇਹ ਨਿਸ਼ਾਨੀ ਹੈ ਨਾਮ ਅੰਦਰ ਵਸਣ ਦੀ, ਕਿ ਸਾਰੇ ਪ੍ਰਕਾਰ ਦੇ ਡਰ ਜਿਹੜੇ ਹੈ ਉਹ ਖਤਮ ਹੋ ਜਾਂਦੇ ਹਨ। ਕਦੋਂ? ਜਦੋਂ ਅਕਾਲ ਪੁਰਖ ਦਾ ਨਾਮ ਅੰਦਰ ਵਸ ਜਾਵੇ ਹਿਰਦੇ 'ਚ। ਭੈ ਬਿਨ ਸੇ ਆਤਮ ਸੁਖ ਸਾਰਾ। ਜਦੋਂ ਹਿਰਦੇ 'ਚ ਨਾਮ ਵਸ ਗਿਆ, ਫਿਰ ਭੈ ਜਿਹੜਾ ਹੈ, ਡਰ ਦਾ ਤਾਂ ਨਾਸ਼ ਹੋ ਜਾਂਦਾ। ਭੈ ਬਿਨਸੈ ਆਤਮ ਸੁਖ ਸਾਰਾ। ਆਤਮ ਦਾ ਅਰਥ ਮਨ ਵੀ ਲਾ ਸਕਦੇ ਹਾਂ ਇੱਥੇ, ਤੇ ਫਿਰ ਮਨ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਆਤਮ ਸੁਖ ਸਾਰਾ, ਆਤਮਾ ਤ੍ਰਿਪਤ ਹੋ ਜਾਂਦੀ ਹੈ ਜਦੋਂ ਅੰਦਰ ਨਾਮ ਵਸ ਜਾਵੇ। ਫਿਰ ਮਨੁੱਖ ਨੂੰ ਆਤਮਿਕ ਸਰੂਪ ਦੀ ਸੋਝੀ ਹੋ ਜਾਂਦੀ ਹੈ। ਗੁਰਬਾਣੀ ਤਾਂ ਜਗ੍ਹਾ ਜਗ੍ਹਾ ਕਹਿੰਦੀ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ। ਹੇ ਮਨਾ, ਤੂੰ ਤਾਂ ਆਪਣੇ ਆਪ ਨੂੰ ਇੱਕ ਦੇਹ ਮੰਨੀ ਬੈਠਾ ਹੈ। ਇਹ ਦੇਹ ਤਾਂ ਭਾਈ ਨਾਸ਼ਵੰਤ ਹੈ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਕੱਪੜ ਰੂਪ, ਕੱਪੜੇ ਤੇ ਸੋਹਣਾ ਰੂਪ ਜੀ ਤੇ ਬੜਾ ਮਾਣ ਕਰਦਾ, ਦੇਹ ਨੂੰ ਸ਼ਿੰਗਾਰਦਾ, ਬਾਰ-ਬਾਰ ਇਹ ਛੱਡ ਕੇ ਸੰਸਾਰ 'ਚ ਚਲਿਆ ਜਾਵੇਂਗਾ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਜੋ ਕੀਤਾ ਕਰਮ ਬੀਜਿਆ, ਕੀਤਾ ਹੋਇਆ ਕਰਮ ਅਵਸ਼ ਭੋਗਣਾ ਪਵੇਗਾ। ਕਈ ਪ੍ਰਕਾਰ ਦੇ ਕਰਮ ਹੁੰਦੇ ਨੇ, ਕਿਰੇਮਾਨ ਕਰਮ, ਸੰਚਿਤ ਕਰਮ, ਪਰਾਲਬਧ ਕਰਮ। ਸੋ ਕੀਤਾ ਕਰਮ ਤਾਂ ਫਿਰ ਸਾਧ ਸੰਗਤ ਜੀ ਭੋਗਣਾ ਹੀ ਪੈਂਦਾ ਹੈ। ਕੀਤੇ ਹੋਏ ਕਰਮਾਂ ਨੂੰ ਭੋਗਣ ਵਾਸਤੇ ਆਪਾਂ ਬਾਰ-ਬਾਰ ਜਨਮ ਲਈ ਜਾਂਦੇ ਹਾਂ, ਕਰਮ ਕਰੀ ਜਾਂਦੇ ਹਾਂ, ਫੇਰ ਮਰ ਜਾਣੇ ਆ, ਨਵਾਂ ਕਰਮ ਜਮ੍ਹਾਂ ਹੋਈ ਜਾਂਦੇ ਨੇ। ਸੰਚਿਤ ਦਾ ਭਾਵ ਹੈ ਜਮ੍ਹਾਂ ਹੋਣੇ, ਸੰਚਿਤ ਰੂਪ ਦੇ ਵਿੱਚ ਜਮ੍ਹਾਂ ਹੋਈ ਜਾਂਦੇ ਨੇ। ਫੇਰ ਸਾਧ ਸੰਗਤ ਜੀ ਉਹਨਾਂ ਨੂੰ ਭੋਗਣ ਵਾਸਤੇ ਫੇਰ ਅਗਲਾ ਜਨਮ ਲੈ ਲੈਂਦੇ ਆ। ਫਿਰ ਕਿਸੇ ਨੇ ਪੁੱਛਿਆ,
ਮਹਾਰਾਜ ਤੋਂ ਵੀ ਸੱਚੇ ਪਾਤਸ਼ਾਹ ਇਹ ਤਾਂ ਬੜਾ ਚੱਕਰ 'ਚ ਫਸ ਗਏ, ਕਰਮ ਕਰੀ ਜਾਂਦੇ ਆ, ਮਰੀ ਜਾਂਦੇ ਆ, ਭੋਗਣ ਵਾਸਤੇ ਬਾਰ-ਬਾਰ ਜੰਮੀ ਜਾਂਦੇ ਆ, ਇਹਦਾ ਕੋਈ ਪੱਕਾ ਇਲਾਜ। ਤੇ ਫਿਰ ਮਹਾਰਾਜ ਸਾਹਿਬ ਨੇ ਕਿਹਾ ਸੀ, ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਜਿਹੜੇ ਗੁਰੂ ਦੇ ਸ਼ਬਦ ਦੀ ਕਮਾਈ ਹੈ ਨਾ, ਨਾਮ ਦੀ ਕਮਾਈ, ਇਹ ਕਰੋੜਾਂ ਮਾੜੇ ਕਰਮਾਂ ਨੂੰ ਕੱਟ ਦਿੰਦੀ ਹੈ। ਤੁਸੀਂ ਇਤਿਹਾਸ ਵਿੱਚ ਸੁਣਦੇ ਹੋ, ਗਣਕਾ, ਅਜਾਮਲ, ਪਿੰਗਲਾ, ਹੋਰ ਕਿੰਨਿਆਂ ਦਾ ਜ਼ਿਕਰ ਆਉਂਦਾ ਹੈ। ਨਾਮ ਨੇ ਉਹਨਾਂ ਨੂੰ ਪਵਿੱਤਰ ਕਰ ਦਿੱਤਾ। ਭਰੀਏ ਮਤ ਪਾਪਾਂ ਕੇ ਸੰਗੋ, ਧੋਪੇ ਨਾ ਆਵੇ ਕੇ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਆਵੋ ਜਾਹੋ। ਆਪੇ ਬੀਜੀ ਜਾਂਦੇ ਆ, ਤੇ ਬੀਜੇ ਹੋਏ ਨੂੰ ਵੱਢਣ ਵਾਸਤੇ ਬਾਰ-ਬਾਰ ਜਨਮ ਲਈ ਜਾਂਦੇ ਆ। ਮਤ ਪਾਪਾਂ ਨਾਲ ਭਰੀ ਪਈ ਹੈ। ਜਿਵੇਂ ਕੱਪੜਾ ਗੰਦਾ ਹੋ ਜੇ ਸਾਬਣ ਨਾਲ ਧੋਣੇ ਆ, ਪਰ ਮਨ ਕਿਵੇਂ ਸਾਫ਼ ਹੋਵੇ, ਮਤ ਕਿਵੇਂ ਸਾਫ਼ ਹੋਵੇ। ਜਿਵੇਂ ਧੋਬੀ ਜਾਂਦਾ, ਧੋਬੀ ਘਾਟ 'ਤੇ ਕੱਪੜੇ ਲੈ ਕੇ, ਸਾਧ ਸੰਗਤ ਜੀ ਫੱਟੀ ਉੱਪਰ ਬਹਿ ਕੇ ਪਟੜੀ 'ਤੇ ਪਾਣੀ ਪਾ ਕੇ ਤੇ ਸਾਬਣ ਲਾ ਕੇ ਕੱਪੜਿਆਂ ਨੂੰ ਕੁੱਟ-ਕੁੱਟ ਕੇ ਮੈਲ ਕੱਢਦਾ। ਇਸੇ ਤਰ੍ਹਾਂ ਮਨ ਰੂਪੀ ਵਸਤਰ ਨੂੰ ਨਾਮ ਰੂਪੀ ਸਾਬਣ ਨਾਲ ਧੋਣਾ। ਜੀਵ ਰੂਪੀ ਧੋਬੀ ਹੈ, ਗੁਰੂ ਦਰਿਆ ਦੀ ਤਰ੍ਹਾਂ ਹੈ, ਗੁਰ ਦਰਿਆਓ ਸਦਾ ਜਲ ਨਿਰਮਲ। ਤੇ ਭਰੋਸੇ ਦੀ ਫਟੜੀ 'ਤੇ ਬੈਠਣਾ, ਭਰੋਸੇ ਦੀ ਪੱਟੀ 'ਤੇ ਵਿਸ਼ਵਾਸ ਹੋਵੇ। ਪ੍ਰੇਮ ਰੂਪੀ ਜਲ ਪਾਉਣਾ, ਜੁਗਤੀਆਂ ਰੂਪੀ ਮੁੱਕੀਆਂ ਨਾਲ ਕੁੱਟ-ਕੁੱਟ ਕੇ ਇਹ ਮਨ ਰੂਪੀ ਵਸਤਰ ਦੀ ਮੈਲ ਲਹੇਗੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਦੋਂ ਹਿਰਦੇ ਦੇ ਵਿੱਚ ਨਾਮ ਵਸ ਗਿਆ, ਫਿਰ ਡਰ ਹੋ ਜਾਂਦਾ ਖਤਮ। ਬਿਨਸੈ ਤੇ ਫਿਰ ਭੈ ਬਿਨਸੈ, ਹਰ ਤਰ੍ਹਾਂ ਦੇ ਨਾਸ਼, ਭੈ ਜਿਹੜੇ ਆ, ਡਰ, ਉਹ ਨਾਸ਼ ਹੋ ਜਾਂਦੇ ਨੇ। ਆਤਮ ਸੁਖ ਸਾਰਾ, ਪੀਸ ਆਫ ਮਾਈਂਡ, ਮਨ ਦੀ ਸ਼ਾਂਤੀ ਜਿਹੜੀ ਹੈ ਉਹ ਮਿਲ ਜਾਂਦੀ ਹੈ, ਸਾਰੇ ਤਰ੍ਹਾਂ ਦਾ ਸੁੱਖ। ਹੁਣ ਸੁੱਖ ਕਿੱਥੇ ਆ? ਸਦੀਵੀ ਸੁੱਖ। ਕੀ ਇਹ ਸੰਸਾਰ ਦੇ ਸੁੱਖ ਸਦੀਵੀ ਹਨ? ਗੁਰੂ ਮਹਾਰਾਜ ਨੂੰ ਪੁੱਛ ਲਈਏ। ਗੁਰੂ ਸਾਹਿਬ ਕਹਿੰਦੇ ਨਹੀਂ, ਸੁੱਖ ਨਾਹੀਂ ਬਹੁਤੇ ਧਨ ਖਾਟੇ, ਬਹੁਤੇ ਧਨ ਵਾਲਿਆਂ ਨੂੰ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਸੁੱਖ ਨਾਹੀਂ ਪੇਖੈ ਨਿਰਤ ਨਾਟੇ, ਬਹੁਤੇ ਸੰਸਾਰ ਦੇ ਨਾਟਕ ਚਾਟਕ ਵੇਖ ਕੇ ਵੀ ਸੁੱਖ ਨਹੀਂ ਮਿਲਦਾ। ਸੁੱਖ ਨਾਹੀਂ ਬਹੁ ਦੇਸ਼ ਕਮਾਏ, ਬਹੁਤੇ ਦੇਸ਼ਾਂ ਦਾ ਭਰਮਣ ਕਰਕੇ ਵੀ ਸੁੱਖ ਨਹੀਂ ਮਿਲਦਾ। ਸਰਬ ਸੁੱਖਾਂ ਹਰ ਹਰ ਗੁਣ ਗਾਏ, ਸਾਰੇ ਪ੍ਰਕਾਰ ਦੇ ਸੁੱਖ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਹੀ ਮਿਲਦੇ ਆ। ਬਾਕੀ ਤਾਂ ਮਹਾਰਾਜ ਨੇ ਅਲਪ ਸੁੱਖ ਕਿਹਾ। ਅਲਪ ਸੁੱਖ ਉਹ ਹੁੰਦਾ ਹੈ ਜਿਹੜਾ ਛਿਨ ਭੰਗਰ ਹੋਵੇ, ਥੋੜ੍ਹੇ ਸਮੇਂ ਲਈ ਹੋਵੇ ਤੇ ਛੇਤੀ ਹੀ ਨਾਸ਼ ਹੋ ਜਾਵੇ। ਜਿਵੇਂ ਰਾਜ ਸੱਤਾ ਦਾ ਹੁੰਦਾ ਹੈ, ਕਿਸੇ ਨੂੰ ਪਾਵਰ ਮਿਲ ਗਈ, ਕਈ ਵਾਰੀ ਹੰਕਾਰ 'ਚ ਆ ਜਾਂਦਾ ਹੈ, ਪਰ ਇਹ ਸਦਾ ਲਈ ਨਹੀਂ ਰਹਿਣ ਵਾਲੀ ਚੀਜ਼। ਕੋਈ 5 ਸਾਲ, ਕੋਈ 4 ਸਾਲ, ਕੋਈ 3 ਸਾਲ। ਇਸ ਕਰਕੇ ਜਿਹੜਾ ਸਦੀਵੀ ਸੁੱਖ ਹੈ ਨਾ, ਜੇ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇਹੋ, ਉਹ ਤਾਂ ਭਾਈ ਫਿਰ ਪ੍ਰਭੂ ਦੀ ਸ਼ਰਨ ਵਿੱਚ ਆ ਕੇ ਗੁਰਬਾਣੀ ਨਾਲ ਜੁੜ ਕੇ ਹੀ ਸਦਾ ਦਾ ਸੁੱਖ ਮਿਲੇਗਾ। ਹੁਣ ਬ੍ਰਹਮ ਗਿਆਨੀ ਦੇ ਬਾਰੇ ਗੁਰੂ ਅਰਜਨ ਸਾਹਿਬ ਨੇ ਕਹਿਤਾ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਜਿਹੜਾ ਬ੍ਰਹਮ ਗਿਆਨੀ ਹੈ ਭਾਈ ਮਤੀ ਦਾਸ ਜੀ, ਉਹਨਾਂ ਦਾ ਆਨੰਦ ਆਰੇ ਦੇ ਦੰਦਿਆਂ ਥੱਲੇ ਵੀ ਭੰਗ ਨਹੀਂ ਹੋਇਆ, ਉੱਥੇ ਵੀ ਸੁਖੀ ਸੀ। ਉਹਨਾਂ ਦੇ ਸਰੀਰ ਦੇ 2 ਟੁਕੜੇ ਕਰ ਦਿੱਤੇ। ਭਾਈ ਸੰਤੋਖ ਸਿੰਘ ਕਹਿੰਦੇ, ਟੁਕੜੇ ਹੋਣ ਤੋਂ ਬਾਅਦ ਦੋਨੋਂ ਤਨ ਤੇ ਜਪਜੀ ਪੜ੍ਹੈ। ਇਉਂ ਜਦੋਂ 2 ਟੁਕੜੇ ਕੀਤੇ, ਐ ਵਿਚਕਾਰ ਤੋਂ ਨੱਕ ਦੀ ਸੇਧ ਨੂੰ ਚੀਰ ਦਿੱਤਾ ਜਲਾਦ ਨੇ, ਤਾਂ ਉਦੋਂ 16 ਪੌੜੀਆਂ ਹੋਈਆਂ ਸੀ ਜਪਜੀ ਦੀਆਂ। ਬਾਕੀ ਦੀਆਂ ਜਿਹੜਾ ਪਾਠ ਸੀ ਮਹਾਰਾਜ ਨੇ ਬਾਅਦ 'ਚ ਕਰਾਇਆ। ਇੱਕ ਟੁਕੜੇ ਤੋਂ ਇੱਕ ਆਵਾਜ਼, ਇੱਕ 'ਚੋਂ ਇੱਕ, ਜਿਵੇਂ ਪਾਠੀ ਸਿੰਘ ਭੋਗ ਪਾਉਂਦੇ ਹੁੰਦੇ ਨੇ 9ਵੇਂ ਮਹੱਲੇ ਦੇ ਸ਼ਲੋਕ ਪੜ੍ਹ ਕੇ। ਇਹ ਇੱਕ ਅਵਸਥਾ ਸੀ ਗੁਰੂ ਕੇ ਸਿੱਖ ਦੀ। ਭਾਈ ਮਨੀ ਸਿੰਘ ਸਾਹਿਬ ਦਾ ਜਦੋਂ ਬੰਦ ਕੱਟ ਕੇ ਟੋਕਰੇ 'ਚ ਪਾਤਾ ਜਲਾਦ ਨੇ, ਉਹ ਸਮੇਂ ਤੇ 16ਵੀਂ ਅਸ਼ਟਪਦੀ, ਕਿਉਂਕਿ ਸੁਖਮਨੀ ਸਾਹਿਬ ਦੇ ਬੜੇ ਅਭਿਆਸੀ ਸੀਗੇ ਭਾਈ ਮਨੀ ਸਿੰਘ ਸਾਹਿਬ ਜੀ। ਭਾਈ ਤਾਰੂ ਸਿੰਘ ਸਾਹਿਬ ਜੀ 5 ਬਾਣੀਆਂ ਤੋਂ ਬਿਨਾਂ ਜਾਪ ਸਾਹਿਬ ਦੇ ਬੜੇ ਵੱਡੇ ਅਭਿਆਸੀ ਸੀਗੇ। ਭਾਈ ਮਤੀ ਦਾਸ ਜੀ ਜਪਜੀ ਸਾਹਿਬ ਦੇ। ਹੁਣ ਸਾਡੇ ਤਾਂ ਸਾਧ ਸੰਗਤ ਜੀ, ਆਪਾਂ ਤਾਂ ਹੁਣ ਪਹਿਲਾਂ ਸਿੱਖ ਹੁੰਦੇ ਸੀ ਨਾਮ ਅਭਿਆਸੀ, ਹੁਣ ਆਪਾਂ ਮੋਬਾਈਲ ਅਭਿਆਸੀ ਬਣ ਗਏ। ਮੋਬਾਈਲ ਅਭਿਆਸੀ ਇਹ ਨਹੀਂ ਵੀ ਅੱਜ ਦੇ ਸਮੇਂ 'ਚ ਅਭਿਆਸੀ ਹੈ ਨਹੀਂ, ਅੱਜ ਵੀ ਬੜੇ ਹੈ। ਕਈ ਪ੍ਰੇਮੀ ਕੱਲੇ 48 ਘੰਟੇ ਬੈਠ ਕੇ ਅੱਜ ਦੇ ਸਮੇਂ ਵੀ ਸਾਰਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਅਖੰਡ ਪਾਠ ਦਾ ਭੋਗ ਪਾ ਕੇ ਉੱਠਦੇ ਆ।
ਆ ਥੋੜੇ ਦਿਨ ਪਹਿਲਾਂ ਇੰਗਲੈਂਡ ਦੇ ਵਿੱਚ ਇੱਕ ਪ੍ਰੇਮੀ ਨੇ ਇਕੱਲੇ ਨਹੀਂ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ। ਅੱਜ ਵੀ ਅਭਿਆਸੀ ਬੜੇ ਐ। ਇਹ ਸੰਸਾਰ ਜਿਹੜਾ ਨਾ ਨਾਮ ਜਪਣ ਵਾਲੇ ਲਈ ਖੜੇ ਐ। ਇਹ ਵਾਹਿਗੁਰੂ ਦੇ ਪਿਆਰੇ ਅੱਜ ਵੀ ਹੋ ਸਕਦਾ ਸੰਗਤ ਵਿੱਚ ਕੋਈ ਕਿੱਡਾ ਕੁ ਵੱਡਾ ਅਭਿਆਸੀ ਬੈਠਾ ਹੋਵੇ, ਪਰ ਜ਼ਿਆਦਾਤਰ ਕਲਯੁਗ ਦਾ ਪਹਿਰ ਹੈ ਸਾਧ ਸੰਗਤ ਜੀ। ਇਸ ਕਰਕੇ ਜਿਹੜੇ ਸਿਮਰਨ ਨਾਮ ਅਭਿਆਸੀ ਨੇ ਉਹ ਸਦੀਵੀ ਸੁੱਖ ਪ੍ਰਾਪਤ ਕਰਦੇ ਨੇ। ਸਰਬ ਸੁੱਖਾਂ ਹਰ ਹਰ ਗੁਣ ਗਾਏ। ਹਰੀ ਪਰਮੇਸ਼ਰ ਦੇ ਗੁਣ ਗਾ ਕੇ ਸਾਰਾ ਸੁੱਖ ਪ੍ਰਾਪਤ ਹੁੰਦਾ ਹੈ। ਹਰੀ ਪਰਮੇਸ਼ਰ ਦੇ ਗੁਣ ਗਾਉਣ ਵਾਲਾ ਕੁੱਲੀ 'ਚ ਵੀ ਸੁਖੀ ਹੈ, ਤੇ ਜਿਹੜਾ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਨਹੀਂ ਗਾਉਂਦਾ ਉਹ ਅਰਬਾਂਪਤੀ ਹੋ ਕੇ ਵੱਡੇ ਵੱਡੇ ਮਹਿਲਾਂ 'ਚ ਬਹਿ ਕੇ ਵੀ ਦੁਖੀ ਦਾ ਦੁਖੀ ਹੈ। ਨਿਗਾਹ ਮਾਰ ਕੇ ਦੇਖ ਲਓ, ਸੰਸਾਰ ਦੀ ਐਸੀ ਹਾਲਤ ਹੈ। ਇਸ ਕਰਕੇ ਭੈ ਵਿਨਸੈ ਆਤਮ ਸੁਖ ਸਾਰਾ। ਜਦੋਂ ਹਿਰਦੇ 'ਚ ਨਾਮ ਵਸ ਗਿਆ, ਸਾਰੇ ਪ੍ਰਕਾਰ ਦੇ ਜਿਹੜੇ ਡਰ ਖਤਮ ਹੋ ਜਾਂਦੇ ਨੇ। ਆਤਮ ਸੁਖ ਸਾਰਾ, ਇਹ ਮਨ ਨੂੰ ਸਾਰਾ ਹੀ ਸੁਖ ਪ੍ਰਾਪਤ ਹੋ ਜਾਂਦਾ ਹੈ। ਕਰ ਕਿਰਪਾ ਆਪਣੇ ਜਨ ਰਾਖੇ। ਵਾਹਿਗੁਰੂ ਪਰਮੇਸ਼ਰ ਜੀ ਆਪਣੇ ਪਿਆਰਿਆਂ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਰੱਖਦੇ ਨੇ। ਨਰਕਾਂ ਦੀ ਅੱਗ ਤੋਂ ਬਚਾਉਂਦੇ ਐ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਿਸ਼ੇ ਵਿਕਾਰਾਂ ਦੀ ਅੱਗ ਤੋਂ ਬਚਾਉਂਦੇ ਐ। ਸ਼ਬਦ ਸਪਰਸ਼ ਰੂਪ ਰਸ ਗੰਧ, ਇਹ 5 ਪ੍ਰਕਾਰ ਦੇ ਵਿਸ਼ੇ। ਕਰ ਕਿਰਪਾ ਆਪਣੇ ਜਨ ਰਾਖੇ। ਕਿਰਪਾ ਦ੍ਰਿਸ਼ਟੀ ਕਰਕੇ ਹੀ ਮਹਾਰਾਜ ਦੀ ਕਿਰਪਾ ਨਾਲੇ ਬਚ ਸਕਦੇ ਹਾਂ ਆਪਾਂ। ਆਪਾਂ ਪੜ੍ਹਦੇ ਹਾਂ ਨਾ, ਸਤਿਗੁਰ ਸਿੱਖ ਕੇ ਬੰਧਨ ਕੱਟ ਹੈ। ਗੁਰੂ ਜਿਹੜਾ ਸਿੱਖ ਦੇ ਬੰਧਨ ਕੱਟਦਾ ਹੈ, ਪਰ ਕਦੋਂ? ਗੁਰ ਕਾ ਸਿੱਖ ਬਕਾਰ ਤੇ ਹਟ ਹੈ, ਜਦੋਂ ਗੁਰੂ ਕਾ ਸਿੱਖ ਬਕਾਰ ਛੱਡ ਦੇ। ਪਰ ਯਾਦ ਰੱਖਿਓ, ਬਕਾਰ ਆਪਾਂ ਆਪ ਨਹੀਂ ਛੱਡ ਸਕਦੇ, ਨਹੀਂ ਛੱਡੇ ਜਾਂਦੇ। ਨਾ ਕਾਮ ਛੱਡਿਆ ਜਾਣਾ, ਨਾ ਕ੍ਰੋਧ ਛੱਡਿਆ ਜਾਣਾ, ਨਾ ਲੋਭ ਛੱਡਿਆ ਜਾਣਾ, ਨਾ ਮੋਹ, ਨਾ ਹੰਕਾਰ। ਆਪ ਤੋਂ ਨਹੀਂ ਆਪਾਂ ਛੱਡ ਸਕਦੇ, ਇਹ ਵੀ ਗੁਰੂ ਹੀ ਛਡਾਊਗਾ। ਜਦੋਂ ਗੁਰੂ ਅੱਗੇ ਅਰਦਾਸ ਕਰਾਂਗੇ, ਕਬੀਰ ਕੇਸੋ ਕੇਸੋ ਕੂਕੀਆ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ ਕਬਹੂ ਕੇ ਸੁਣੇ ਪੁਕਾਰ। ਜਦੋਂ ਗੁਰੂ ਅੱਗੇ ਅਰਦਾਸ ਕਰਾਂਗੇ, ਸੱਚੇ ਪਾਤਸ਼ਾਹ ਵਿਸ਼ੇ ਵਿਕਾਰਾਂ ਤੋਂ ਖੜਾ ਛੁਡਾ ਦਿਓ, ਤੇ ਉਦੋਂ ਗੁਰੂ ਸਾਹਿਬ ਫਿਰ ਜ਼ਰੂਰ ਬੌੜੀ ਕਰਨਗੇ, ਫਿਰ ਜ਼ਰੂਰ ਕਿਰਪਾ ਕਰਨਗੇ। ਕਰ ਕਿਰਪਾ ਆਪਣੇ ਜਨ ਰਾਖੇ। ਆਪਣੇ ਜਨਾਂ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਰੱਖ ਲੈਂਦੇ ਹਨ ਸਤਿਗੁਰੂ ਜੀ। ਜਨਮ ਜਨਮ ਕੇ ਕਿਲ ਵਿਖ ਲਾਥੇ। ਜਦੋਂ ਕਿਰਪਾ ਦ੍ਰਿਸ਼ਟੀ ਹੁੰਦੀ ਆ ਗੁਰੂ ਦੀ, ਜਨਮਾਂ ਜਨਮਾਂ ਦੇ ਕਿਲ ਵਿਖ ਤੋਂ ਭਾਵ ਪਾਪ, ਇਹ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਲਾਹ ਦਿੰਦੇ ਨੇ। ਜਨਮਾਂ ਜਨਮਾਂ ਦੇ ਪਾਪ ਲੈ ਜਾਂਦੇ ਨੇ ਗੁਰਬਾਣੀ ਨਾਲ ਜੁੜ ਕੇ। ਇਹ ਮਨ ਨੂੰ ਜਨਮਾਂ ਜਨਮਾਂਤਰਾਂ ਦੀ ਮੈਲ ਚੜੀ ਆ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖਨਲੀ ਧੋਤੀ ਉਜਲ ਨਾ ਹੋਵੀ, ਜੇ ਸੋ ਧੋਵਣ ਪਾਹੋ। ਕੋਲੂ ਨੂੰ ਸਾਫ਼ ਕਰਨ ਵਾਲਾ ਕੱਪੜਾ ਹੁੰਦਾ ਖਨਲੀ, ਉਹਨੂੰ ਜੇ ਕੋਈ 100 ਵਾਰੀ ਵੀ ਧੋਵੇ ਉਹ 'ਚੋਂ ਦਾਗ ਨਹੀਂ ਜਾਂਦੇ। ਇਸ ਤਰ੍ਹਾਂ ਸਾਡੇ ਮਨ ਦੀ ਹਾਲਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਫੇਰ ਕਿਤੇ ਇਹ ਮਨ ਸ਼ੁੱਧ ਹੁੰਦਾ। ਸ਼ੁੱਧ ਹੋਵੇਗਾ ਨਾਮ ਜਪਣ ਦੇ ਨਾਲ। ਜਨਮ ਜਨਮ ਕੇ ਕਿਰਵਿਖ ਲਾਥੇ। ਜਦੋਂ ਗੁਰੂ ਸਾਹਿਬ ਕਿਰਪਾ ਦ੍ਰਿਸ਼ਟੀ ਕਰਦੇ ਨੇ ਤਾਂ ਜਨਮਾਂ ਜਨਮਾਂਤਰਾਂ ਦੇ ਕਿਲਵਿਖ ਤੋਂ ਭਾਵ ਪਾਪ ਲੈ ਜਾਂਦੇ ਨੇ। ਕਈ ਤਰ੍ਹਾਂ ਦੇ ਕਲੇਸ਼ ਚਿੰਬੜੇ ਹੋਏ ਨੇ ਸਾਨੂੰ। ਇੱਕ ਤਾਂ ਕਲੇਸ਼ ਪਹਿਲੇ ਨੰਬਰ 'ਤੇ ਚਿੰਬੜਿਆ ਅਵਿਦਿਆ ਦਾ। ਅਵਿਦਿਆ, ਅਸਮਤਾ, ਰਾਗ ਦਾ, ਦਵੈਸ਼ ਦਾ, ਕਈ ਤਰ੍ਹਾਂ ਦੇ ਇਹ ਕਲਯੁਗ ਦੇ ਕਲੇਸ਼ ਨੇ। ਅਵਿਦਿਆ ਦਾ ਭਾਵ ਅਗਿਆਨਤਾ। ਹੁਣ ਅਗਿਆਨਤਾ ਕਿਵੇਂ ਹੈ? ਅਗਿਆਨਤਾ ਹੀ ਹੈ ਵੀ ਅੰਮ੍ਰਿਤ ਵੇਲੇ ਉੱਠਣਾ ਨਹੀਂ, ਬਾਣੀ ਪੜ੍ਹਨਾ ਨਹੀਂ, ਇਹ ਅਗਿਆਨਤਾ ਹੀ ਹੈ। ਕਹਿ ਦੇਣਾ ਵੀ ਖਾਓ ਪੀਓ ਮੌਜ ਕਰੋ, ਇੱਕ ਦਿਨ ਮਰ ਜਾਣਾ, ਇਹ ਅਗਿਆਨਤਾ ਹੀ ਹੈ ਸਾਧ ਸੰਗਤ ਜੀ। ਗੁਰਬਾਣੀ ਤਾਂ ਕਹਿੰਦੀ ਹੈ ਪ੍ਰਾਣੀ ਤੂੰ ਆਇਓ ਲਾਹਾ ਲੈਣ, ਤੂੰ ਲਾਹਾ ਲੈਣ ਆਇਆ। ਇਹ ਅਗਿਆਨਤਾ ਹੀ ਆ ਨਾ ਵੀ ਖਾਓ ਪੀਓ ਐਸ਼ ਕਰੋ, ਇੱਕ ਦਿਨ ਮਰ ਜਾਣਾ। ਭਾਈ ਖਾਂਦੇ ਪੀਂਦੇ ਸੌਂਦੇ ਪਸ਼ੂ ਵੀ ਨੇ, ਫਿਰ ਤੇਰੇ ਤੇ ਪਸ਼ੂਆਂ 'ਚ ਕੀ ਫਰਕ ਹੋਇਆ? ਇਸ ਕਰਕੇ ਦੂਜੀ ਅਗਿਆਨਤਾ ਇਹ ਹੈ, ਜਿਵੇਂ ਰਾਤ ਨੂੰ ਬਿਜਲੀ ਚਲੀ ਜਾਵੇ, ਲਾਈਟ, ਮੰਜੇ ਦੇ ਥੱਲੇ ਪਈ ਹੋਵੇ ਕੋਈ ਰੱਸੀ, ਡਰਦੇ ਪੈਰ ਨਹੀਂ ਥੱਲੇ ਲਾਉਂਦੇ ਬੈੱਡ ਤੋਂ। ਮਨ 'ਚ ਹੁੰਦਾ ਵੀ ਸੱਪ ਪਿਆ, ਹਨੇਰਾ ਹੈ। ਜਦੋਂ ਦਿਨ ਚੜ੍ਹਦਾ ਤਾਂ ਪਤਾ ਲੱਗਦਾ ਇਹ ਤਾਂ ਰੱਸੀ ਸੀ, ਐਵੇਂ ਡਰੀ ਗਿਆ, ਆਪਣੇ ਆਪ ਤੇ ਹਾਸਾ ਆਉਂਦਾ। ਇਸੇ ਤਰ੍ਹਾਂ ਹੈ ਤਾਂ ਆਤਮਿਕ ਸਰੂਪ ਸੀ ਇਹਦਾ, ਇਹ ਆਪਣੇ ਆਪ ਨੂੰ ਅਗਿਆਨਤਾ 'ਚ ਆ ਕੇ 3.5 ਮਨ ਦੀ ਦੇਹ ਮੰਨੀ ਬੈਠਾ ਹੈ। ਸੋ ਜਦੋਂ ਗਿਆਨ ਦਾ ਪ੍ਰਕਾਸ਼ ਹੋਊ ਫੇਰ ਇਹਨੂੰ ਪਤਾ ਲੱਗੂ ਮੈਂ ਤਾਂ ਐਵੇਂ ਦੇਹ ਨੂੰ ਇਹ ਸ਼ਿੰਗਾਰੀ ਗਿਆ, ਮੈਨੂੰ ਨਾਮ ਰੂਪੀ ਸ਼ਿੰਗਾਰ ਕਰਨਾ ਚਾਹੀਦਾ ਸੀ। ਇਸ ਕਰਕੇ ਜਨਮ ਜਨਮ ਕੇ ਕਿਲਵਿਖ ਲਾਥੇ। ਜਨਮਾਂ ਜਨਮਾਂਤਰਾਂ ਦੇ ਕਿਲਵਿਖ ਕਲਯੁਗ ਦੇ ਪਾਪ ਲੈ ਜਾਂਦੇ ਨੇ
ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਜਨਾਂ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਰੱਖਦੇ ਹਨ, ਕਹਿਣ ਨਾ ਜਾਏ ਪ੍ਰਭ ਕੀ ਵਡਿਆਈ, ਨਾਨਕ ਦਾਸ ਸਦਾ ਸਰਨਾਈ। ਉਸ ਅਕਾਲ ਪੁਰਖ ਦੀ ਵਾਹਿਗੁਰੂ ਦੀ ਵਡਿਆਈ ਨਹੀਂ ਕਹੀ ਜਾ ਸਕਦੀ। ਨਾਨਕ ਦਾਸ ਸਦਾ ਸ਼ਰਨਾਈ, ਦਾਸਾ ਭਾਵ ਧਾਰ ਕੇ ਨਿਮਰਤਾ ਸਹਿਤ ਨਿਵੇ ਸੋ ਗੌਰਾ ਹੋਏ। ਆਪਣੇ ਅਹੁਦੇ ਦਾ ਮਾਣ ਛੱਡ ਕੇ ਉਸ ਪ੍ਰਭੂ ਦੀ ਸ਼ਰਨ ਚ ਆ ਜਾ। ਉਸ ਪ੍ਰਭੂ ਦੀ ਵਡਿਆਈ ਕਹੀ ਨਹੀਂ ਜਾ ਸਕਦੀ, ਉਹਦੀ ਮਹਿਮਾ ਬੇਅੰਤ ਹੈ। ਜਿਵੇਂ ਭੱਟਾਂ ਨੇ ਕਹਿ ਦਿੱਤਾ ਗੁਰੂ ਅਮਰਦਾਸ ਮਹਾਰਾਜ ਬਾਰੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੈ। ਹੇ ਗੁਰੂ ਅਮਰਦਾਸ, ਤੇਰੀ ਉਪਮਾ ਤੁਹਾਨੂੰ ਹੀ ਬਣਾਉਂਦੀ ਹੈ। ਘਨ ਹਰ ਬੂੰਦ ਬਸੋ ਰਮਾਵਲ, ਕੁਸਮ ਬਸੰਤ ਗਣੰਤ ਨਾ ਆਵੈ। ਘਨ ਹਰ ਬੂੰਦ ਤੋਂ ਭਾਵ ਮੀਂਹ ਜਦੋਂ ਪੈਂਦਾ ਹੈ, ਮੀਂਹ ਦੀਆਂ ਕਣੀਆਂ ਨਹੀਂ ਕੋਈ ਗਿਣ ਸਕਦਾ ਕਿੰਨੀਆਂ ਕਣੇ, ਕਰੋੜਾਂ ਅਰਬਾਂ ਕਿੰਨੀਆਂ ਕਣੇ। ਕੁਸਮ ਬਸੰਤ ਗਣੰਤ ਨਾ ਆਵੈ, ਜਦੋਂ ਬਸੰਤ ਰੁੱਤ ਆਉਂਦੀ ਹੈ ਕਿੰਨੇ ਕੁ ਫੁੱਲ ਖਿੜਦੇ ਨੇ, ਕੋਈ ਫੁੱਲਾਂ ਨੂੰ ਗਿਣ ਨਹੀਂ ਸਕਦਾ। ਇਸੇ ਤਰ੍ਹਾਂ ਕੁਸਮ ਬਸੰਤ ਗਣੰਤ ਨਾ ਆਵੈ। ਇਸੇ ਤਰ੍ਹਾਂ ਜਿਹੜਾ ਸਮੁੰਦਰ ਹੈ ਉਹਦੇ ਪੇਟ ਨੂੰ ਨਹੀਂ ਕੋਈ ਨਾਪ ਤੋਲ ਸਕਦਾ। ਸਾਧ ਸੰਗਤ ਜੀ, ਪਰੰਤੂ ਅੱਗੇ ਜਾ ਕੇ ਫਿਰ ਕਿਹਾ ਕਿ ਮੀਂਹ ਦੀਆਂ ਕਣੀਆਂ ਕੋਈ ਗਿਣ ਲਵੇ। ਬਸੰਤ ਰੁੱਤ ਵਿੱਚ ਫੁੱਲ ਕਿੰਨੇ ਖਿੜੇ ਨੇ ਕੋਈ ਗਿਣਤੀ ਕਰ ਸਕਦਾ ਹੈ, ਪਰੰਤੂ ਤੇਰੇ ਗੁਣਾਂ ਦੀ, ਤੇਰੀ ਮਹਿਮਾ ਦੀ ਕੋਈ ਗਿਣਤੀ ਮਿਣਤੀ ਤੋਂ ਬਾਹਰ ਹੈ, ਕੋਈ ਗਿਣਤੀ ਮਿਣਤੀ ਨਹੀਂ ਕਰ ਸਕਦਾ। ਤੇਰੀ ਉਪਮਾ ਤੁਹਾਨੂੰ ਹੀ ਬਣਾਉਂਦੀ ਹੈ ਅਕਾਲ ਪੁਰਖ ਵਾਹਿਗੁਰੂ ਜੀ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ, ਪੁੱਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਇੱਥੇ ਜਿਹੜਾ ਪਾਠ ਹੈ ਪੁੱਜਸ ਹੈ। ਪੁੱਜਸ ਤੋਂ ਭਾਵ ਤੇਰੇ ਨਾਮ ਦੇ ਤੁੱਲ ਕੋਈ ਪਹੁੰਚ ਹੀ ਨਹੀਂ ਸਕਦਾ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੈ ਸਰਬ ਢੰਡੋਲ। ਸ਼ਾਸਤਰ ਸਿਮਰਤੀਆਂ ਮੈਂ ਢੰਡੋਲ ਖੋਜ ਕਰਕੇ ਦੇਖ ਲਈਆਂ, ਪਰੰਤੂ ਤੇਰੇ ਨਾਮ ਦੇ ਤੁੱਲ ਨਹੀਂ ਕੋਈ ਪਹੁੰਚ ਸਕਦਾ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ, ਪੁੱਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦਿਓ, ਜਿਨ੍ਹਾਂ ਭਾਗ ਮਥਾ ਸੇ ਨਾਨਕ ਹਰ ਰੰਗ ਮਾਣ ਦੋ। ਸਾਈਂ ਜੀ ਦਾ ਨਾਮ ਬੜਾ ਅਮੋਲਕ ਹੈ, ਕੋਈ ਇਹਦੀ ਕੀਮਤ ਨੂੰ ਜਾਣ ਨਹੀਂ ਸਕਦਾ। ਜਿਨ੍ਹਾਂ ਦੇ ਮੱਥੇ ਤੇ ਚੰਗੇ ਕਰਮ ਹੁੰਦੇ ਹੈ ਉਹਨਾਂ ਨੂੰ ਇਹ ਪ੍ਰਾਪਤ ਹੁੰਦੀ ਹੈ ਦਾਤ। ਇਸ ਕਰਕੇ ਆਪਾਂ ਅਰਦਾਸ ਬੇਨਤੀ ਕਰੀਏ, ਕਹਿਣ ਨਾ ਜਾਈ ਪ੍ਰਭ ਕੀ ਵਡਿਆਈ। ਇਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਹਿਣ ਤੇ ਕਥਨ ਤੋਂ ਬਾਹਰ ਹੈ। ਇਹ ਤਾਂ ਸਾਧ ਸੰਗਤ ਜੀ ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤਿਰੋ ਮਰਮ ਨਾ ਜਾਨਾ। ਸਨਕ ਸਨੰਦਨ ਸਨਾਤਨ ਸੰਤ ਕੁਮਾਰ, ਚਾਰੇ ਬ੍ਰਹਮਾ ਦੇ ਪੁੱਤਰ, ਮਹੇਸ਼ ਨਾਮ ਸ਼ਿਵ ਜੀ ਦਾ ਹੈ। ਸ਼ਿਵ ਜੀ ਬਾਰੇ ਇਹ ਦੱਸਿਆ ਵੀ ਹਜ਼ਾਰਾਂ ਸਾਲ ਇੱਕ ਚੌਂਕੜੇ 'ਚ ਬੈਠਾ ਰਹਿੰਦਾ, ਉਹ ਵੀ ਤੇਰੀ ਮਹਿਮਾ ਨੂੰ ਜਾਣ ਨਹੀਂ ਸਕਿਆ। ਤੂੰ ਕਿੰਨਾ ਕੁ ਵੱਡਾ ਹੈ, ਤੂੰ ਬੇਅੰਤ ਹੈ, ਪਰੇ ਤੋਂ ਪਰੇ ਹੈ। ਸੇਖ ਨਾਗ ਤਿਰੋ ਮਰਮ ਨਾ ਜਾਨਾ, ਸੱਪਾਂ ਦਾ ਰਾਜਾ ਸ਼ੇਸ਼ ਨਾਗ, ਹਜ਼ਾਰਾਂ ਮੂੰਹ ਜਿਹਦੇ ਹਜ਼ਾਰਾਂ ਮੂੰਹਾਂ ਵਾਲਾ, ਹਜ਼ਾਰਾਂ ਨਾਮ ਹੀ ਤੇਰੇ ਰੋਜ਼ਾਨਾ ਨਵੇਂ ਲੈਂਦਾ ਹੈ, ਪਰੰਤੂ ਉਹ ਵੀ ਤੇਰੀ ਮਹਿਮਾ ਨੂੰ ਜਾਣ ਨਹੀਂ ਸਕਿਆ। ਇਸ ਕਰਕੇ ਇਹ ਅਕਾਲ ਪੁਰਖ ਵਾਹਿਗੁਰੂ ਸਾਡੇ 'ਤੇ ਵੀ ਕਿਰਪਾ ਕਰੋ, ਸਾਡੀ ਵੀ ਸਹਾਇਤਾ ਕਰੋ, ਕਿਉਂਕਿ ਤੁਸੀਂ ਆਪਣੇ ਸੇਵਕਾਂ ਦੀ ਸਹਾਇਤਾ ਕਰਨ ਵਾਲੇ ਹੋ, ਤਾਂ ਕਿ ਸਾਡਾ ਵੀ ਪਾਰ ਉਤਾਰਾ ਹੋ ਜੇ, ਕਲਯੁਗ ਦੇ ਵਿਸ਼ੇ ਵਿਕਾਰਾਂ ਤੋਂ ਸਾਡਾ ਵੀ ਖਹਿੜਾ ਛੁੱਟ ਜੇ। ਆਪਣੇ ਸੇਵਕ ਕੋ ਆਪ ਸਹਾਈ, ਇਹ ਪਹਿਲੀ ਪੰਕਤੀ ਸੀ। ਆਪਣੇ ਸੇਵਕ ਦੀ ਆਪ ਉਹ ਸਹਾਇਤਾ ਕਰਨ ਵਾਲਾ ਹੈ। ਨਿਤ ਪ੍ਰਤਪਾਰੈ ਬਾਪ ਜੈਸੇ ਮਾਈ, ਨਿਤਾ ਪ੍ਰਤੀ ਪਾਲਣਾ ਕਰਨ ਵਾਲਾ ਹੈ, ਜੈਸੇ ਮਾਂ ਬਾਪ ਆਪਣੇ ਬੱਚੇ ਦੀ ਪ੍ਰਤਪਾਲਣਾ ਕਰਦੇ ਨੇ। ਸੋ ਸਮਾਂ ਹੋ ਲਿਆ, ਅੱਜ ਦੀ ਜੋ ਵਿਚਾਰ ਹੈ ਉਹ ਇਹੀ ਹੈ ਕਿ ਭਾਈ ਪ੍ਰਭੂ ਦੀ ਸ਼ਰਨ ਤੱਕੀਏ, ਉਹਦੀ ਸ਼ਰਨ ਵਿੱਚ ਪੈ ਕੇ ਸਾਰੇ ਦੁੱਖਾਂ ਦਾ, ਸਾਰੇ ਪਾਪਾਂ ਦਾ ਨਾਸ਼ ਹੋਣਾ। ਸ਼ਰਨ ਤੱਕਣ ਤੋਂ ਭਾਵ ਨਤਮਸਤਕ ਹੋਣਾ, ਗੁਰੂ ਸਾਹਿਬ ਨੂੰ ਜਾਗਦੀ ਜੋਤ ਜਾਣ ਕੇ। ਸ਼ਰਨ ਤੋਂ ਭਾਵ ਸਿਮਰਨ ਕਰਨਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ, ਇਹਦਾ ਭਾਵ ਹੈ। ਇਸ ਕਰਕੇ ਆਓ ਰੇ ਜਿਹਵਾ ਕਰਹੁ ਸਤਖੰਡ, ਨਾਮ ਨਾ ਉਚਰਸ ਸ਼੍ਰੀ ਗੋਬਿੰਦ। ਬਾਣੀ ਕਹਿੰਦੀ ਹੈ ਜਿਹੜੀ ਜੀਵਾ ਭਾਈ ਨਾਮ ਨਹੀਂ ਜਪਦੀ, 7 ਟੋਟੇ ਕਰ ਦੇਣੇ ਚਾਹੀਦੇ ਨੇ ਵੱਢ ਕੇ।
ਤੇ ਜਿਹੜੀ ਜੀਵਾ ਨਾਮ ਜਪਦੀ ਹੈ, ਹਰਿਹਾ ਨਾਨਕ ਕਸਮਲ ਜਾਏ ਨਹਾਈਐ ਰਾਮਦਾਸ ਸਰ। ਉਹ ਜਿਹੜੀ ਜੀਵਾ ਨਾਮ ਜਪਦੀ ਹੈ ਉਹ ਪਵਿੱਤਰ ਹੈ, ਜਿਹੜੀ ਜੀਵਾ ਨਾਮ ਨਹੀਂ ਜਪਦੀ ਵੱਢਣ ਦੇ ਯੋਗ ਹੈ। ਇਸ ਕਰਕੇ ਜਿਉਂ-ਜਿਉਂ ਆਪਾਂ ਸਿਮਰਨ ਕਰਾਂਗੇ, ਅਭਿਆਸ ਕਰਾਂਗੇ, ਅੰਦਰ ਸ਼ਾਂਤੀ ਆਉਂਦੀ ਜਾਵੇਗੀ ਸਾਧ ਸੰਗਤ ਜੀ, ਟਿਕਾ ਆਉਂਦਾ ਜਾਵੇਗਾ। ਹੌਲੀ ਹੌਲੀ ਨੀਂਦ ਵੀ ਵਸੀਕਾਰ ਹੋ ਜਾਂਦੀ ਹੈ। ਨੀਂਦ ਵੀ ਬਹੁਤੀ ਆਲਸ ਵੀ ਤਾਂਹੀਓ ਪੈਂਦੀ ਹੈ, ਜਿੰਨਾ ਅੰਦਰ ਪਾਪ ਹੋਊ, ਮੈਲ ਹੋਊ ਨਾ, ਜਿੰਨੀ ਮੈਲ ਹੋਊ ਅੰਦਰ ਓਨੀ ਹੀ ਆਲਸ ਪਵੇਗੀ। ਪਰੰਤੂ ਸਿਮਰਨ ਕਰਕੇ ਹੌਲੀ ਹੌਲੀ ਮੈਲ ਲੈ ਜਾਂਦੀ ਹੈ ਅਤੇ ਸਾਧ ਸੰਗਤ ਜੀ ਫਿਰ ਪਵਿੱਤਰ ਹੋ ਜਾਂਦਾ, ਅੰਦਰੋਂ ਸ਼ੁੱਧ ਹੋ ਜਾਂਦਾ, ਹਿਰਦਾ ਚੜ੍ਹਦੀ ਕਲਾ ਹੋ ਜਾਂਦੀ ਹੈ। ਇਸ ਕਰਕੇ ਆਓ ਗੁਰੂ ਦੀ ਸ਼ਰਨ ਤੱਕੀਏ, ਸੇਵਾ ਸਿਮਰਨ ਨਾਮ ਅਭਿਆਸ ਕਰਦੇ ਰਹੀਏ। 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ। 8:30 ਦਾ ਸਮਾਂ ਹੋ ਗਿਆ ਹੈ। ਸਤਿਗੁਰੂ ਕਿਰਪਾ ਕਰਨ। ਇੱਥੋਂ ਦੀ ਪ੍ਰਬੰਧਕ ਕਮੇਟੀ, ਕਾਲਕਾ ਜੀ ਅਤੇ ਚੇਅਰਮੈਨ ਸਾਹਿਬ ਸਾਡੇ ਕਰਮਸਰ ਸਾਹਿਬ, ਸਿੰਘ ਸਾਹਿਬ ਜੀ, ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਤੁਸੀਂ ਸਮਾਂ ਦਿੱਤਾ ਹੈ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦੇ ਰਹਿਣ। ਆਓ ਹੁਣ 2 ਪੰਕਤੀਆਂ ਪੜ੍ਹ ਕਰਕੇ ਅਖੀਰਲੀਆਂ ਸਮਾਪਤੀ ਹੈ ਜੀ। ਕਰ ਕਿਰਪਾ ਆਪਣੇ ਜਨ ਰਾਖੇ, ਜਨਮ ਜਨਮ ਕੇ ਕਿਲ ਵਿਖ ਲਾਥੇ। ਕਹਿਨ ਨਾ ਜਾਏ ਪ੍ਰਭ ਕੀ ਵਡਿਆਈ, ਨਾਨਕ ਦਾਸ ਸਦਾ ਸ਼ਰਨਾਈ। ਕਹਿਨ ਨਾ ਜਾਏ ਪ੍ਰਭ ਕੀ ਵਡਿਆਈ, ਨਾਨਕ ਦਾਸ ਸਦਾ ਸ਼ਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ